ਸੋ ਆਹ ਸਾਡੇ ਇੰਪਲਾਂਟਸ ਲੱਗੇ ਹੋਏ ਨੇ, ਠੀਕ ਹੈ। ਇਹਨਾਂ ਦੇ ਉੱਤੇ ਜਿਹੜਾ ਹੈਗੇ ਆਪਾਂ ਦੰਦ ਫਿਕਸ ਕਰਨੇ ਹੈਗੇ। ਸੋ ਦੰਦ ਬਣ ਕੇ ਆਏ ਨੇ, ਜੇ ਇਹਨਾਂ ਨੂੰ ਦੇਖੋਗੇ ਤਾਂ ਇਸ ਤੋਂ ਬਾਅਦ ਜਿਹੜਾ ਮੈਂ ਪ੍ਰੋਸੀਜਰ ਤੁਹਾਨੂੰ ਦਿਖਾਊਂਗਾ ਇਹ ਇੰਪਲਾਂਟ ਲੱਗਣ ਤੋਂ ਬਾਅਦ ਕਿ ਅਸੀਂ ਨਾਪ ਵਾਲਾ ਕੰਮ ਵੀ ਖਤਮ ਕਰਤਾ ਹੈਗਾ। ਉਹ ਮਸ਼ੀਨ ਜਿਹੜੀ ਹੈਗੀ 70-75 ਲੱਖ ਰੁਪਇਆ ਕੋਸਟ ਕਰਦੀ ਹੈ, ਔਰ ਉਹਦੇ ਰਾਹੀਂ ਸਿਰਫ ਉਹਨੇ ਫੋਟੋ ਖਿੱਚ ਕੇ ਉਹਨੇ ਉਹ ਮਤਲਬ ਸਕੈਨ ਕਰ ਲੈਣਾ। ਸਕੈਨ ਕਰਕੇ ਅਸੀਂ ਉਹ ਤੁਹਾਨੂੰ ਅੱਗੇ ਜਿਵੇਂ ਜਿਵੇਂ ਹੋਊਗਾ ਉਹ ਸਟੈਪ ਦਿਖਾਊਂਗਾ। ਤੁਸੀਂ ਦੇਖੋ ਵੀ ਘੰਟੇ ਦੇ ਵਿੱਚ ਇੰਪਲਾਂਟ ਵੀ ਹੋ ਗਿਆ ਅਤੇ ਕਰਾਊਨ ਬਣ ਕੇ ਵੀ ਬਾਹਰ ਆ ਕੇ ਤੁਸੀਂ ਦੇਖੋ ਵੀ ਇੱਕ ਮਰੀਜ਼ ਦਾ ਕੰਮ ਕਿੰਨਾ ਸੌਖਾ ਹੋ ਗਿਆ ਔਰ ਕਿੰਨੀ ਤਕਲੀਫ ਤੋਂ ਬਾਹਰ ਮਤਲਬ ਬਿਨਾਂ ਤਕਲੀਫ ਤੋਂ ਇਹ ਚੀਜ਼ ਆ ਗਈ। ਆਪਾਂ ਇੰਪਲਾਂਟ ਲਾਤਾ ਜੀ। ਅੱਛਾ ਜੀ। ਐਕਸਰੇ 'ਚ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਵੀ ਕੀ ਸਟੇਟਸ ਹੈਗਾ। ਠੀਕ ਹੈ ਇਹ ਬੋਨ ਖਾਲੀ ਹੈ ਜੀ। ਇੱਥੋਂ ਟੁੱਥ ਐਕਸਟਰੈਕਟ ਹੋਇਆ ਔਰ ਇਹ ਇੰਪਲਾਂਟ ਜਿਹੜਾ ਹੈਗਾ ਆਪਾਂ ਪਲੇਸ ਕਰਤਾ। ਹੁਣ ਬੇਸਿਕਲੀ ਸਾਡਾ ਸਿਰਫ ਇੱਕੋ ਕੰਮ ਰਹਿ ਗਿਆ ਕਿ ਮਰੀਜ਼ ਡਰਦੇ ਕਹਿੰਦਾ ਜੀ ਪਤਾ ਨਹੀਂ ਕਿੰਨਾ ਖੂਨ ਆਊਗਾ, ਕਿੰਨਾ ਮਤਲਬ ਪ੍ਰੋਬਲਮ ਹੋਊਗੀ, ਤਕਲੀਫ ਹੋਊਗੀ। ਸੋ ਇਟਸ ਆਲ ਓਵਰ। ਇਹ ਸਾਡਾ ਹੁਣ ਉੱਪਰ ਵਾਲਾ ਜੌ ਜਿੱਥੇ ਆਪਾਂ ਇੰਪਲਾਂਟ ਕੀਤਾ ਦੇਖੋ ਬਾਹਰ ਨਿਕਲਿਆ ਹੋਇਆ, ਇਹ ਸਕੈਨ ਹੋ ਗਿਆ। ਠੀਕ ਹੈ, ਇਹ ਸਕੈਨ ਦੇ ਵਿੱਚ ਪਿਕਚਰ ਆ ਗਈ। ਹੁਣ ਆਪਾਂ ਨੀਚੇ ਵਾਲਾ ਜਿਹੜਾ ਆਪੋਜ਼ਿਟ ਜੌ ਹੈ ਉਹ ਕਰਾਂਗੇ ਸਕੈਨ। ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਹੈਲਥ ਟਾਕ ਤੁਹਾਡੇ ਲਈ ਹੋਰ ਵੀ ਜ਼ਿਆਦਾ ਖਾਸ ਹੋਣ ਲੱਗਿਆ ਹੈ ਕਿਉਂਕਿ ਅੱਜ ਸਪੈਸ਼ਲੀ ਅਸੀਂ ਆਪਣੇ ਜਿਹੜੇ NRI ਭੈਣ ਭਰਾ ਨੇ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਜੇਕਰ ਉਹਨਾਂ ਨੇ ਆਪਣੇ ਦੰਦ ਜਿਹੜੇ ਨੇ ਲਵਾਣੇ ਹੋਣ, ਇੰਪਲਾਂਟਸ ਲਗਵਾਉਣੇ ਹੋਣ, ਸੋ ਕਿਸ ਤਰੀਕੇ ਦੇ ਨਾਲ ਬੜੀ ਆਸਾਨੀ ਦੇ ਨਾਲ ਉਹ ਉਦੋਂ ਲਗਵਾ ਸਕਦੇ ਨੇ ਜਦੋਂ ਉਹ ਵਿਦੇਸ਼ ਤੋਂ ਇੱਥੇ ਘੁੰਮਣ ਦੇ ਲਈ ਆਉਂਦੇ ਨੇ, ਆਪਣੇ ਘਰ ਪਰਿਵਾਰ ਨੂੰ ਮਿਲਣ ਦੇ ਲਈ ਆਉਂਦੇ ਨੇ ਪੰਜਾਬ ਦੇ ਵਿੱਚ, ਅਤੇ ਜਿਹੜੀਆਂ ਛੁੱਟੀਆਂ ਹੁੰਦੀਆਂ ਉਸ ਦਾ ਇਸ ਤਰੀਕੇ ਦੇ ਨਾਲ ਵੀ ਫਾਇਦਾ ਚੁੱਕ ਸਕਦੇ ਨੇ। ਔਰ ਅਸੀਂ ਮੈਡੀਕਲ ਟੂਰਿਜ਼ਮ ਦੀ ਗੱਲ ਕਰੀਏ ਸੋ ਇਸੇ ਨੂੰ ਕਿਹਾ ਜਾਂਦਾ, ਔਰ ਸਾਡਾ ਪੰਜਾਬ ਉਹਦੇ ਵਿੱਚ ਕਾਫੀ ਜ਼ਿਆਦਾ ਅੱਗੇ ਵੱਧ ਰਿਹਾ। ਸੋ ਪੰਜਾਬ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੇ ਲੋਕਾਂ ਦਾ ਯੋਗਦਾਨ ਹੈ ਉਹਨਾਂ ਦੇ ਵਿੱਚੋਂ ਇੱਕ ਨਾਮ ਹੈਗਾ ਡਾਕਟਰ ਰਣਦੀਪ ਮਾਨ। ਸੋ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਰਣਬਾਜ ਹਸਪੀਟਲ ਦੇ ਵਿੱਚ ਅਸੀਂ ਬੈਠੇ ਹਾਂ ਜਿਹੜਾ ਕਿ ਇੱਕ ਡੈਂਟਲ ਹਸਪੀਟਲ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਸਾਹਿਬ ਬਹੁਤ ਚੰਗਾ ਜਿਹੜਾ ਤੁਹਾਡੇ ਵੱਲੋਂ ਇੱਕ ਕਦਮ ਇੰਨੇ ਸਾਲ ਪਹਿਲਾਂ ਤੋਂ ਚੁੱਕਿਆ ਗਿਆ ਔਰ ਅੱਜ ਪੰਜਾਬੀ ਉਹਦਾ ਬਹੁਤ ਫਾਇਦਾ ਚੁੱਕ ਰਹੇ ਨੇ, ਸਪੈਸ਼ਲੀ ਵਿਦੇਸ਼ਾਂ ਤੋਂ ਆਉਂਦੇ ਨੇ ਔਰ ਆ ਕੇ ਰਣਬਾਜ ਹਸਪੀਟਲ ਜੋ ਹੈ ਆਪਣੇ ਦੰਦਾਂ ਦੀ ਕੇਅਰ ਕਰਵਾਉਂਦੇ ਨੇ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਮਦਰਦ ਟੀਵੀ ਦੇ ਉੱਤੇ। ਬਹੁਤ ਮਿਹਰਬਾਨੀ ਸ਼ੇਖਰ ਜੀ, ਔਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਹਮਦਰਦ ਮੀਡੀਆ ਗਰੁੱਪ ਦਾ ਕਿ ਮੈਨੂੰ ਹਮੇਸ਼ਾ ਇੰਨੀ ਵਾਰੀ, ਚਾਹੇ ਮੈਂ ਕੈਨੇਡਾ ਜਾਵਾਂ, ਟੋਰਾਂਟੋ ਸਟੂਡੀਓ ਚਲੇ ਜਾਵਾਂ ਜਾਂ ਮੈਂ ਇੱਥੇ ਹੋਵਾਂ, ਤੁਸੀਂ ਹਮੇਸ਼ਾ ਮੈਨੂੰ ਸਪੋਰਟ ਕੀਤੀ ਹੈ। ਔਰ ਸਾਰੇ ਮੇਰੇ ਦਰਸ਼ਕਾਂ ਨਾਲ ਮੇਰੇ ਭੈਣ ਭਰਾ ਜਿਹੜੇ NRI ਬੈਠੇ ਨੇ ਉਹ ਇਹ ਪ੍ਰੋਗਰਾਮ ਨੂੰ ਬਹੁਤ ਇੱਕ ਦਿਲੋਂ ਸੁਣਦੇ ਨੇ ਔਰ ਇਹਦਾ ਲਾਹਾ ਲੈਂਦੇ ਹੈਗੇ। ਜੋ ਸਰਵਿਸਿਜ਼ ਅਸੀਂ ਡੈਂਟਲ ਇੰਪਲਾਂਟ ਦੀਆਂ ਹੋ ਗਈਆਂ, ਫਿਕਸ ਦੰਦਾਂ ਦੀਆਂ ਹੋ ਗਈਆਂ, ਜਾਂ ਕੋਈ ਵੀ ਕਿਸੇ ਤਰੀਕੇ ਦਾ ਰੂਟ ਕਨਾਲ, ਹੋਰ ਕਈ ਤਰੀਕੇ ਦੇ ਕਰਾਊਨਸ ਜਿਹੜੇ ਬਣਦੇ ਆ, ਉਹ ਟਰੀਟਮੈਂਟ ਦਾ ਫਾਇਦਾ ਲੈ ਰਹੇ ਹੈਗੇ ਆ ਜੀ। ਸੋ ਦਰਸ਼ਕਾਂ ਨੂੰ ਮੈਂ ਇੱਥੇ ਕਹਾਂਗਾ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਅੰਤ ਤੱਕ ਬਣੇ ਰਹਿਣਾ ਕਿਉਂਕਿ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਾਕਟਰ ਸਾਹਿਬ ਜਿਹੜੇ ਨੇ ਉਹ ਸਾਨੂੰ ਇੰਪਲਾਂਟ ਜਿਹੜਾ ਕਰਨ ਦਾ ਪ੍ਰੋਸੈਸ ਹੈ ਜਾਂ ਜੋ ਸਰਜਰੀ ਹੈ ਉਸ ਦਾ ਪ੍ਰੋਸੈਸ ਸਾਰਾ ਦਿਖਾਉਣ ਵਾਲੇ ਨੇ, ਤੁਹਾਨੂੰ ਵੀ ਦਿਖਾਉਣ ਵਾਲੇ ਨੇ। ਔਰ ਇਹ ਦਿਖਾਉਣ ਦੀ ਖਾਸ ਵਜ੍ਹਾ ਇਹ ਹੈ ਕਿ ਪੁਰਾਣੇ ਸਮੇਂ ਹੁੰਦੇ ਸੀ ਜਦੋਂ ਤੁਸੀਂ ਦੰਦਾਂ ਦਾ ਡੈਂਟਲ ਇੰਪਲਾਂਟ ਕਰਾਉਣਾ ਹੁੰਦਾ ਸੀ ਤਾਂ ਬਹੁਤ ਕ੍ਰਿਟੀਕਲ ਪ੍ਰੋਸੈਸ ਤੋਂ ਗੁਜ਼ਰਨਾ ਪੈਂਦਾ ਹੁੰਦਾ ਸੀ। ਉਹਦਾ ਇੱਕ ਡਰ ਜਿਹੜਾ ਹੈ ਲੋਕਾਂ ਦੇ ਦਿਲ 'ਚ ਬਣ ਗਿਆ ਔਰ ਅੱਜ ਵੀ ਕਈ ਵਾਰ ਜਦੋਂ ਉਹਨਾਂ ਨੂੰ ਨਹੀਂ ਪਤਾ ਕਿ ਟੈਕਨੋਲੋਜੀ ਕਿਵੇਂ ਐਡਵਾਂਸ ਹੋ ਚੁੱਕੀ ਹੈ, ਸੋ ਉਹ ਅੱਜ ਵੀ ਕਈ ਵਾਰ ਡਰਦੇ ਨੇ ਜਾਂ ਕਈ ਤਰ੍ਹਾਂ ਦੇ ਜਿਹੜੇ ਵਹਿਮ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ, ਹੈ ਨਾ। ਸੋ ਅੱਜ ਇਹ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਔਰ ਉਸ ਪ੍ਰੋਸੈਸ ਬਾਰੇ ਅਗਰ ਕੁਝ ਦਰਸ਼ਕਾਂ ਨੂੰ ਦੱਸਣਾ ਚਾਹੋ। ਬਕਾਇਦਾ ਜੀ ਇਹ ਬਹੁਤ ਕੁਛ ਹੈਗਾ। ਇਹ ਦੇਖੋ ਆਪਾਂ ਹਮੇਸ਼ਾ ਕਹਿੰਦੇ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦਾ ਰਿਸਰਚ ਹੁੰਦੀ ਹੈ, ਉਹਨੂੰ ਆਪਾਂ ਜੋ ਚੀਜ਼ਾਂ ਡਿਮਾਂਡ ਜਾਂ ਫੀਡਬੈਕ ਸਾਨੂੰ ਸਾਡੇ ਮਰੀਜ਼ ਦਿੰਦੇ ਨੇ ਅਸੀਂ ਉਹਨਾਂ ਨੂੰ ਇੰਪਰੋਵਾਈਜ਼ ਕਰਦੇ ਕਿ ਵੀ ਉਸ ਫੀਡਬੈਕ ਦੇ ਉੱਤੇ ਕੰਮ ਕਰਕੇ ਅਸੀਂ ਐਕਸਪੈਕਟੇਸ਼ਨ ਜੋ ਸਾਡੇ ਭੈਣ ਭਰਾ ਮਰੀਜ਼ ਨੇ ਉਹਨਾਂ ਦੀ ਐਕਸਪੈਕਟੇਸ਼ਨਸ 'ਤੇ ਖਰੇ ਉਤਰੀਏ ਔਰ ਆਪਦੇ ਵੱਲੋਂ ਮਤਲਬ ਵੱਧ ਤੋਂ ਵੱਧ ਨਵੀਆਂ ਚੀਜ਼ਾਂ ਲਿਆਈਏ, ਨਵੀਂ ਟੈਕਨੋਲੋਜੀ ਲਿਆਈਏ, ਮਟੀਰੀਅਲ ਲਿਆਈਏ ਕਿ ਸਾਡੇ 'ਤੇ ਜਿੰਨਾ ਰਣਬਾਜ ਹਸਪੀਟਲ ਦੇ ਉੱਤੇ ਜਿਹੜੇ ਪੇਸ਼ੈਂਟਸ ਨੇ ਇੰਨਾ ਵਿਸ਼ਵਾਸ ਕੀਤਾ ਹੈ
ਮੇਰੇ ਕੰਮ ਦੇ ਉੱਤੇ ਵਿਸ਼ਵਾਸ ਕੀਤਾ ਹੈ, ਮੇਰੇ ਪਰਿਵਾਰ ਦੇ ਜੋ ਅਸੀਂ ਸਪੋਰਟ ਦੇ ਰਹੇ ਹਾਂ, ਉਹ ਚੀਜ਼ ਨੂੰ ਅਸੀਂ ਬੈਸਟ ਤਰੀਕੇ ਨਾਲ ਆਪਣੇ ਮਰੀਜ਼ਾਂ ਤੱਕ ਪਹੁੰਚਾ ਸਕੀਏ, ਤਾਂ ਕਿ ਉਹ ਜ਼ਿੰਦਗੀ ਭਰ ਜਿਹੜਾ ਇਹ ਦੰਦਾਂ ਦਾ ਗਹਿਣਾ ਹੈ ਇਹਨੂੰ ਵਰਤਦੇ ਰਹਿਣ ਔਰ ਇਹਦਾ ਲਾਹਾ ਲੈਂਦੇ ਰਹਿਣ, ਔਰ ਜੋ ਆਪਣੇ ਮਨਪਸੰਦ ਦੀ ਚੀਜ਼ਾਂ ਹੈਗੀਆਂ ਨੇ ਫਿਕਸ ਦੰਦਾਂ ਨਾਲ ਖਾਂਦੇ ਰਹਿਣ। ਸੋ ਡਾਕਟਰ ਸਾਹਿਬ, ਪੂਰਾ ਪ੍ਰੋਸੈਸ ਤੇ ਅਸੀਂ ਦੇਖਾਂਗੇ, ਪਰ ਉਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਕਿਹੜੇ-ਕਿਹੜੇ ਐਸੇ ਵਹਿਮ ਨੇ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਲੀਅਰ ਹੋ ਜਾਣਗੇ। ਸਭ ਤੋਂ ਪਹਿਲਾਂ ਜਿਹੜਾ ਨਾ ਜੀ, ਮੈਂ ਮਤਲਬ ਪੇਸ਼ੈਂਟ ਜਿੰਨੇ ਵੀ ਆ ਰਹੇ ਨੇ ਹੈਗੇ, ਉਹਨਾਂ ਦੀ ਇੱਕ ਬਹੁਤ ਵੱਡੀ ਫੀਡਬੈਕ ਆਈ ਹੈ ਕਿ ਜੀ ਮਤਲਬ ਜਦੋਂ ਇੰਪਲਾਂਟ ਲਾਉਂਦੇ ਹੋ ਜੀ ਤਕਲੀਫ ਬੜੀ ਹੁੰਦੀ ਹੈ, ਮੂੰਹ ਨੀਲਾ ਹੋ ਜਾਂਦਾ, 4-4 ਦਿਨ ਖੂਨ ਨਹੀਂ ਬੰਦ ਹੁੰਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ, ਪਤਾ ਨਹੀਂ ਵੀ ਕੀ ਚੀਜ਼ ਹੈਗੀ ਆ, ਕਿਸ ਕਾਰਨ ਕਰਕੇ ਤੁਸੀਂ ਜੋ ਆਲੇ ਦੁਆਲੇ ਲਗਵਾ ਰਹੇ ਹੈਗੇ ਹੋ ਔਰ ਉਹਦਾ ਕੀ ਕਾਰਨ ਹੈ, ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਸਾਡੇ ਹੀ ਭੈਣ ਭਰਾ ਨੇ ਜਿਹੜੇ ਡੈਂਟਿਸਟ ਹੈਗੇ ਆ, ਉਹ ਕੰਮ ਕਰ ਰਹੇ ਨੇ। ਹਰ ਇੱਕ ਦਾ ਆਪਣਾ ਇੱਕ ਤੌਰ ਤਰੀਕਾ ਹੁੰਦਾ ਕੰਮ ਕਰਨ ਦਾ। ਉਸ ਤੌਰ ਤਰੀਕੇ ਦੇ ਵਿੱਚ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਕਿ ਤੁਸੀਂ ਮਤਲਬ ਆਪਣਾ ਐਕਸਪੀਰੀਅੰਸ ਕਿੱਥੋਂ ਸਿੱਖੇ, ਔਰ ਉਹ ਸਿੱਖਣ ਤੋਂ ਬਾਅਦ ਤੁਸੀਂ ਉਹਦੇ ਉੱਤੇ ਉਸ ਟੈਕਨੀਕ ਨੂੰ ਆਪਣੇ ਕਿੰਨਾ ਕੁ ਰਿਫਾਈਨ ਕੀਤਾ। ਆਪਾਂ ਚਾਹੇ ਕੋਈ ਵੀ ਕੰਮ ਕਰਦੇ ਹਾਂ, ਚਾਹੇ ਅਸੀਂ ਹੁਣ ਮੈਂ ਜਿਵੇਂ ਬਾਈਕਰ ਵੀ ਹਾਂ, ਮੈਂ ਮੋਟਰਸਾਈਕਲ ਜਿਹੜੇ ਹੈਗੇ ਹਾਰਲੇ ਡੇਵਿਡਸਨ ਦੇ ਮੋਟਰਸਾਈਕਲ ਮੇਰੇ ਕੋਲ ਹੈਗੇ, ਸਾਡੀ ਬਾਈਕ ਰੈਂਟਲ ਕੰਪਨੀ ਹੈ। ਪਰ ਕਹਿੰਦੇ ਪਹਿਲੇ ਦਿਨ ਤਾਂ ਮੋਟਰਸਾਈਕਲ 'ਤੇ ਚੜ੍ਹ ਕੇ ਤੁਹਾਨੂੰ ਮੋਟਰਸਾਈਕਲ ਨਹੀਂ ਨਾ ਆ ਜਾਂਦਾ, ਉਹਨੂੰ ਤੁਹਾਨੂੰ ਚਲਾਉਣਾ ਪੈਂਦਾ, ਹਜ਼ਾਰਾਂ ਲੱਖਾਂ ਕਿਲੋਮੀਟਰ ਤੁਹਾਨੂੰ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ। ਇਵੇਂ ਸਾਡੇ ਡੈਂਟਿਸਟਰੀ ਜਿਹੜੀ ਹੈਗੀ ਆ, ਮਤਲਬ ਇਹ ਤਾਂ ਜਿੰਨਾ ਹੱਥੋਂ ਕੰਮ ਨਿਕਲੂਗਾ ਓਨਾ ਤੁਸੀਂ ਆਪਣੇ ਸ਼ਫਾ ਨੂੰ ਜਿਹੜਾ ਇਹ ਇੰਪਰੂਵ ਕਰਦੇ ਜਾਓਗੇ, ਔਰ ਅਲਟੀਮੇਟਲੀ ਜਿਹੜੇ ਹੈਗਾ ਤੁਸੀਂ ਆਪਦੇ ਆਪ ਨੂੰ ਮੂਵ ਕਰਦੇ ਹੋ ਪਰਫੈਕਸ਼ਨ ਦੀ ਤਰਫ ਜੀ। ਠੀਕ ਹੈ ਜੀ, ਪਰਫੈਕਟ ਤਾਂ ਕੋਈ ਵੀ ਬੰਦਾ ਇਸ ਧਰਤੀ 'ਤੇ ਹੋ ਨਹੀਂ ਸਕਦਾ, ਬਟ ਆਪਦੇ ਵੱਲੋਂ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਮੈਕਸਿਮਮ ਪਰਸੈਂਟੇਜ ਜੇ 100 ਮਰੀਜ਼ ਕੀਤਾ ਉਹਦੇ 'ਚੋਂ ਘੱਟੋ ਘੱਟ 97-98 ਮਰੀਜ਼ ਆ, ਉਹ ਤਾਂ ਸਾਡੇ ਜਿਹੜੇ ਆ 100% ਸਕਸੈਸਫੁਲ ਹੋਣ ਜੀ। ਸੋ ਅਲਟੀਮੇਟਲੀ ਜਿਹੜਾ ਇਹ ਚੀਜ਼ ਹੈਗੀ ਹੈ ਨਾ ਕਿ ਕਹਿੰਦੇ ਜੀ ਤਕਲੀਫ ਬੜੀ ਹੁੰਦੀ ਆ। ਮੈਂ ਅੱਜ ਇਸ ਚੀਜ਼ ਦਾ ਇੱਕ ਲਾਈਵ ਕਹਿ ਲਓ ਵੀ ਤੁਹਾਨੂੰ ਦਿਖਾ ਰਿਹਾ ਵੀ ਰਿਕਾਰਡਿੰਗ ਹੋਈ ਹੈਗੀ ਆ ਪੇਸ਼ੈਂਟ ਦਾ ਫੀਡਬੈਕ ਬਿਫੋਰ ਇੰਪਲਾਂਟ ਲਾਉਣ ਦੇ ਔਰ ਬਾਅਦ ਦੇ ਵਿੱਚ, ਪਲੱਸ ਉਹ ਸਰਜਰੀ ਜਾਂ ਪ੍ਰੋਸੀਜਰ, ਮੈਂ ਤਾਂ ਸਰਜਰੀ ਵੀ ਨਹੀਂ ਗਿਣਦਾ ਇਹਨੂੰ, ਇੱਕ ਇੰਨਾ ਕੁ ਸਿੰਪਲ ਪ੍ਰੋਸੀਜਰ ਬਣ ਗਿਆ। ਫਲੈਪਲੈਸ ਟੈਕਨੀਕ ਦੇ ਨਾਲ ਤੁਸੀਂ ਇੰਪਲਾਂਟ ਕਰਦੇ ਹੋ, ਉਹ ਜਿਹੜਾ ਪੇਸ਼ੈਂਟ ਹੈਗਾ, ਪੇਸ਼ੈਂਟ ਨੂੰ ਤਕਲੀਫ ਹੁੰਦੀ ਨਹੀਂ, ਔਰ ਉਹ ਪੇਸ਼ੈਂਟ ਤੁਹਾਨੂੰ ਖੁਦ ਦੱਸੂਗਾ ਜੀ। ਸੋ ਜਿਸ ਹਿਸਾਬ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਅੱਜ ਸਾਰੇ ਜਿਹੜੇ ਇੱਦਾਂ ਦੇ ਸ਼ੱਕ ਨੇ ਜਾਂ ਇਹ ਗੱਲਾਂ ਨੇ ਉਹ ਕਲੀਅਰ ਹੋ ਜਾਣਗੀਆਂ, ਔਰ ਤੁਸੀਂ ਦੇਖੋਗੇ ਵੀ। ਔਰ ਇੱਥੇ ਮੈਂ ਇੱਕ ਚੀਜ਼ ਇਹ ਜ਼ਰੂਰ ਐਡ ਕਰਨੀ ਚਾਹਾਂਗਾ ਕਿ ਸਿਰਫ ਮਸ਼ੀਨਾਂ, ਟੈਕਨੋਲੋਜੀ ਇਹ ਚੀਜ਼ ਨਹੀਂ ਹੁੰਦੀ, ਤਜਰਬਾ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਡਾਕਟਰ ਸਾਹਿਬ, ਕਿਉਂਕਿ ਤੁਸੀਂ ਹਜ਼ਾਰੋਂ ਇੰਪਲਾਂਟਸ ਜਿਹੜੇ ਪਹਿਲਾਂ ਕਰ ਚੁੱਕੇ ਹੋ। ਸੋ ਅੱਜ ਦੇ ਸਮੇਂ ਉਸ ਪ੍ਰੋਸੀਜਰ ਦੇ ਵਿੱਚ ਇੰਨੀ ਸਫਾਈ ਆ ਗਈ, ਤੁਹਾਡੇ ਹੱਥ ਦੇ ਵਿੱਚ ਇੰਨੀ ਸਫਾਈ ਆ ਗਈ ਕਿ ਕੋਈ ਦਿੱਕਤ ਹੋ ਹੀ ਨਹੀਂ ਪਾਉਂਦੀ ਹੈਗੀ। ਬਿਲਕੁਲ, ਜਿਸ ਤਜਰਬੇ ਤੋਂ ਉੱਤੇ ਤਾਂ ਕਹਿੰਦੇ ਦੇਰ ਇਜ਼ ਨਥਿੰਗ ਸ਼ਾਰਟ ਆਫ ਹਾਰਡ ਵਰਕ। ਮਿਹਨਤ ਹੈ ਔਰ ਤਜਰਬਾ ਹੈ ਬੰਦੇ ਦਾ, ਮਤਲਬ ਇਨਸਾਨ ਲਾਈ ਜਾਂਦੇ ਇੰਪਲਾਂਟਸ ਲਾ ਕੇ। ਤੁਹਾਨੂੰ ਹਰ ਇੱਕ ਮਰੀਜ਼ ਮੇਰੇ ਵਾਸਤੇ ਇੱਕ ਨਵਾਂ ਮਰੀਜ਼ ਹੈ, ਉਹ ਮੈਨੂੰ ਕੁਛ ਨਾ ਕੁਛ ਸਿਖਾ ਕੇ ਗਿਆ। ਹੁਣ ਹਜ਼ਾਰਾਂ ਲੱਖਾਂ ਮਰੀਜ਼ ਕਰ ਲਏ ਹੈ, ਉਹ ਜਿਹੜੇ ਪੇਸ਼ੈਂਟ ਨੇ ਉਹ ਸਾਨੂੰ ਕੋਈ ਹਰ ਇੱਕ ਪੇਸ਼ੈਂਟ ਆਪਣਾ ਦੱਸ ਕੇ ਜਾਂਦਾ ਜੀ ਨਾ। ਫਿਰ ਮੈਂ ਜਿਹੜੀਆਂ ਚੀਜ਼ਾਂ ਉਸ ਮਰੀਜ਼ ਤੋਂ ਸਿੱਖਦਾ, ਉਹਨਾਂ ਦੀ ਦੱਸੀਆਂ ਹੋਈਆਂ ਚੀਜ਼ਾਂ ਦੇ ਉੱਤੇ ਫਿਰ ਉਹਨਾਂ ਦੇ ਉੱਤੇ ਕੰਮ ਕਰੀਦਾ। ਅਗਲਾ ਪੇਸ਼ੈਂਟ ਜਿਹੜਾ ਹੁੰਦਾ, ਮੇਰੇ ਧਿਆਨ 'ਚੋਂ ਗੱਲਾਂ ਹੁੰਦੀਆਂ ਨੇ ਕਿ ਅਸੀਂ ਉਹ ਚੀਜ਼, ਉਸ ਪੇਸ਼ੈਂਟ ਨੇ ਆਹ ਚੀਜ਼ ਕਹੀ ਸੀ, ਸੋ ਮੈਂ ਹੁਣ ਆਹ ਪੇਸ਼ੈਂਟ ਦੇ ਉੱਤੇ ਇਹ ਚੀਜ਼ ਦਾ ਖਿਆਲ ਰੱਖਣਾ ਕਿ ਇਹਨੂੰ ਮੈਂ ਹੋਰ ਵੀ ਇੰਪਰੂਵ ਕਰਕੇ ਸਰਵਿਸ ਬੈਟਰ ਦੇਵਾਂ। ਸੋ ਆਓ ਫਿਰ ਹੁਣ ਅਸੀਂ ਦੇਰੀ ਨਹੀਂ ਕਰਦੇ ਔਰ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਸੀਜਰ ਹੈ ਉਹ ਚੱਲੇਗਾ। ਇਸ ਨੂੰ ਬਿਲਕੁਲ ਡਾਕਟਰ ਸਾਹਿਬ ਦੀ ਤਰ੍ਹਾਂ ਮੈਂ ਵੀ ਨਹੀਂ ਕਹਾਂਗਾ ਕਿ ਇਹ ਸਰਜਰੀ ਹੋਏਗੀ, ਕਿਉਂਕਿ ਸਰਜਰੀ ਵੀ ਜਿਹੜਾ ਸ਼ਬਦ ਹੈ ਉਹ ਸੁਣਦੇ ਕਈ ਲੋਕ ਘਬਰਾ ਜਾਂਦੇ ਨੇ। ਇਦਾਂ ਦਾ ਕੁਝ ਵੀ ਜਿਹੜਾ ਕ੍ਰਿਟੀਕਲ ਨਹੀਂ ਹੋਣ ਵਾਲਾ। ਸੋ ਬਹੁਤ ਈਜ਼ੀ ਪ੍ਰੋਸੈਸ ਹੋਏਗਾ ਜਿਹੜਾ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਦਿਖਾਉਣ ਲੱਗੇ ਹਾਂ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਦਰਸ਼ਕੋ, ਹੁਣ ਅਸੀਂ ਇੱਥੇ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਕਿਸ ਤਰੀਕੇ ਨਾਲ ਡਾਕਟਰ ਸਾਹਿਬ ਜਿਹੜੇ ਨੇ ਇੰਪਲਾਂਟ ਕਰਨਗੇ। ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ। ਸੋ ਸਟਾਰਟ ਹੋ ਚੁੱਕਿਆ ਪ੍ਰੋਸੈਸ। ਮੈਂ ਕੁਝ ਚੀਜ਼ਾਂ ਦੱਸਣੀਆਂ ਚਾਹੁੰਦੇ ਹਾਂ ਕਿ ਮੇਰੇ ਕੋਲ ਬਹੁਤ ਸਵਾਲ ਸਾਰੇ ਦਰਸ਼ਕ, ਸਾਡੇ NRI ਭੈਣ ਭਰਾ ਬਾਹਰੋਂ ਕਰਦੇ ਨੇ ਕਿ ਇਹ ਕਿੱਡਾ ਕੁ ਵੱਡਾ ਪ੍ਰੋਸੀਜਰ ਹੈ ਜੀ, ਤਕਲੀਫ ਕਿੰਨੀ ਕੁ ਹੋਊਗੀ, ਬਲੀਡਿੰਗ ਕਿੰਨੀ ਹੋਊਗੀ, ਅਤੇ ਮਤਲਬ ਬਾਅਦ ਦੇ ਵਿੱਚ ਮਤਲਬ ਮੈਂ 2-4 ਦਿਨਾਂ ਬਾਅਦ ਰੋਟੀ ਖਾ ਸਕਦਾ ਕਿ ਨਹੀਂ ਖਾ ਸਕਦਾ। ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਇਸ ਵੀਡੀਓ ਰਾਹੀਂ
ਜੋ ਮੈਂ ਪ੍ਰੋਸੀਜਰ ਕਰੂੰਗਾ ਉਹ ਤੁਹਾਨੂੰ ਉਹ ਆਪਣੇ ਆਪ ਸਾਰੇ ਦਰਸ਼ਕਾਂ ਨੂੰ, ਜਿਹੜੇ ਵੀ ਸਾਡੇ ਭੈਣ ਭਰਾ ਮਰੀਜ਼ ਇੰਪਲਾਂਟ ਕਰਵਾਉਣਾ ਚਾਹੁੰਦੇ ਆ, ਇੰਨੀ ਦੂਰੋਂ ਇੱਕ ਵਿਸ਼ਵਾਸ ਤੇ ਆ ਰਹੇ ਨੇ ਰਣਬਾਜ ਹਸਪੀਟਲ ਦੇ ਵਿੱਚ, ਉਹ ਤੁਹਾਨੂੰ ਆਪਣੇ ਆਪ ਸਮਝ ਆ ਜੂਗੀ ਕਿ ਇੰਪਲਾਂਟ ਦਾ ਜਿੰਨਾ ਵੱਡਾ ਹਊਆ ਕ੍ਰੀਏਟ ਕੀਤਾ ਹੈ, ਉਹ ਚੀਜ਼ ਇੱਕ ਬਹੁਤ ਹੀ ਸਿੰਪਲ ਪ੍ਰੋਸੀਜਰ ਹੈ। ਔਰ ਉਹ ਸਿੰਪਲ ਹੋਣ ਦਾ ਕਾਰਨ ਕੀ ਹੈ ਕਿ ਜਿਹੜੀ ਟੈਕਨੀਕ ਹੈ, ਉਹ ਟੈਕਨੀਕ ਤੇ ਪਲੱਸ ਸਭ ਤੋਂ ਵੱਡੀ ਗੱਲ ਹੈ ਅਕਾਲ ਪੁਰਖ ਦੀ ਮਿਹਰ, ਜਿਹੜੀ ਕਿ ਤੁਹਾਡੇ ਹੱਥਾਂ 'ਚ ਜਿਹੜੀ ਸ਼ਫਾ, ਜੇ ਇਹਨਾਂ ਹੱਥਾਂ 'ਚ ਸ਼ਫਾ ਬਖਸ਼ਿਸ਼ ਹੋਊਗੀ ਤੇ ਇਹ ਪ੍ਰੋਸੀਜਰ ਜਿਹੜੇ ਆ ਹਮੇਸ਼ਾ ਸਕਸੈਸਫੁਲ ਹੋਣਗੇ। ਸਭ ਤੋਂ ਵੱਡੀ ਹਮੇਸ਼ਾ ਕਹਿੰਦੇ ਵੀ ਕੋਈ ਵੀ ਕੰਮ ਕਰਦੇ ਹਾਂ ਆਪਾਂ, ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂਆਂ ਨੇ ਕਿਹਾ ਕਿ ਅਰਦਾਸ ਕਰਕੇ ਕਰੋ ਕਿ ਜਿਹੜਾ ਮਰੀਜ਼ ਆ, ਜਾਂ ਮਤਲਬ ਜੋ ਇਸ ਵੇਲੇ ਮੇਰੇ ਵਾਸਤੇ ਤਾਂ ਜਿਹੜਾ ਮਰੀਜ਼ ਮੇਰਾ ਰੱਬ ਹੈ, ਤੇ ਮੈਂ ਅਰਦਾਸ ਕਰਕੇ ਹੀ ਕਹਿੰਦਾ ਕਿ ਇਹ ਸਕਸੈਸਫੁਲ ਹੋਵੇ। ਸੋ ਅਲਟੀਮੇਟਲੀ ਕੀ ਹੈ ਕਿ ਜਿਹੜਾ ਪ੍ਰੋਸੀਜਰ ਮੈਂ ਟੈਕਨੀਕ ਯੂਜ਼ ਕਰ ਰਿਹਾ, ਉਹ ਟੈਕਨੀਕ ਤੁਹਾਨੂੰ ਮੈਂ ਵਿੱਚ ਜਿਵੇਂ ਹੋਊਗਾ ਪ੍ਰੋਸੀਜਰ ਔਰ ਇੰਪਲਾਂਟ ਲਾਵਾਂਗੇ, ਉਹ ਤੁਹਾਨੂੰ ਆਪਣੇ ਆਪ ਮੈਂ ਨਾਲ ਦੱਸੀ ਜਾਊਂਗਾ, ਤਾਂ ਕਿ ਤੁਸੀਂ ਇਸ ਵੀਡੀਓ ਰਾਹੀਂ ਆਪਣੇ ਮਨ ਦਾ ਜਿਹੜਾ ਕੌਨਫੀਡੈਂਸ ਹੈ, ਜੋ ਤੁਹਾਡੇ ਮਨ 'ਚ ਡਰ ਨੇ, ਉਹ ਸਾਰੀ ਚੀਜ਼ ਨਿਕਲ ਜੂਗੀ ਔਰ ਤੁਸੀਂ ਇੱਕ ਪੋਜ਼ਿਟਿਵ ਤਰੀਕੇ ਨਾਲ ਕੌਨਫੀਡੈਂਟਲੀ ਇੰਪਲਾਂਟ ਆ ਕੇ ਕਰਵਾ ਸਕਦੇ ਹੋ ਸਾਡੇ ਕੋਲੇ ਰਣਬਾਜ ਹਸਪੀਟਲ ਦੇ ਵਿੱਚ। ਜੀ ਹੁਣ ਅਸੀਂ ਦੇਖ ਰਹੇ ਹਾਂ ਕਿ ਡਾਕਟਰ ਸਾਹਿਬ ਜਿਹੜੇ ਨੇ ਉਹ ਪ੍ਰੋਸੈਸ ਜਿਹੜਾ ਹੈ ਇੰਪਲਾਂਟ ਦਾ ਉਹ ਸ਼ੁਰੂ ਕਰਨ ਜਾ ਰਹੇ ਨੇ। ਸੋ ਹੁਣ ਤੱਕ ਡਾਕਟਰ ਸਾਹਿਬ ਕੀ ਹੋ ਚੁੱਕਿਆ ਹੈ? ਆਪਾਂ ਇੰਪਲਾਂਟ ਲਾਤਾ ਜੀ। ਅੱਛਾ ਜੀ, ਐਕਸ-ਰੇ 'ਚ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਕਿ ਕੀ ਸਟੇਟਸ ਹੈਗਾ। ਠੀਕ ਹੈ। ਆਪਾਂ ਕੰਪੈਰੀਜ਼ਨ ਜੇ ਕਰਦੇ ਹਾਂ ਤਾਂ ਆਹ ਚੀਜ਼ ਹੈ। ਓਕੇ, ਠੀਕ ਹੈ, ਇਹ ਬੋਨ ਖਾਲੀ ਹੈ ਜੀ, ਇੱਥੋਂ ਟੁੱਥ ਐਕਸਟਰੈਕਟ ਹੋਇਆ ਔਰ ਇਹ ਇੰਪਲਾਂਟ ਜਿਹੜਾ ਹੈਗਾ ਆਪਾਂ ਪਲੇਸ ਕਰਤਾ। ਹੁਣ ਬੇਸਿਕਲੀ ਸਾਡਾ ਸਿਰਫ ਇੱਕੋ ਕੰਮ ਰਹਿ ਗਿਆ ਕਿ ਇਹ ਰੂਟ ਹੈ, ਇਹਦੇ ਖਾਲੀ ਜਗ੍ਹਾ ਦੇ ਵਿੱਚ ਇੰਪਲਾਂਟ ਜਾਣਾ ਚਾਹੀਦਾ। ਓਕੇ, ਠੀਕ ਹੈ। ਸੋ ਅਲਟੀਮੇਟਲੀ ਕੀ ਹੈਗਾ ਕਿ ਇਸ ਇੰਪਲਾਂਟ ਦੀ ਹੁਣ ਸਿਰਫ ਐਡਜਸਟਮੈਂਟ ਕਰਨੀ, ਬਾਕੀ ਇੰਪਲਾਂਟ ਦਾ ਪ੍ਰੋਸੀਜਰ ਹੋ ਗਿਆ। ਤੇ ਹੁਣ ਤੁਸੀਂ ਜੇ ਦੇਖੋਗੇ ਜੀ, ਤਾਂ ਕੋਈ ਬਲੱਡ ਦਿਖ ਰਿਹਾ ਤੁਹਾਨੂੰ? ਜ਼ੂਮ ਕਰਕੇ ਦੇਖ ਲਓ। ਸੋ ਬੇਸਿਕਲੀ ਮਰੀਜ਼ ਡਰਦੇ ਕਹਿੰਦੇ ਜੀ ਪਤਾ ਨਹੀਂ ਕਿੰਨਾ ਖੂਨ ਆਊਗਾ, ਕਿੰਨਾ ਮਤਲਬ ਪ੍ਰੋਬਲਮ ਹੋਊਗੀ, ਤਕਲੀਫ ਹੋਊਗੀ। ਸੋ ਇਟਸ ਆਲ ਓਵਰ। ਸੋ ਇੱਕ ਕਾਈਂਡ ਆਫ ਬਲੱਡਲੈਸ ਸਰਜਰੀ। ਔਰ ਕਿੰਨੇ ਕੁ ਮਿੰਟ ਲੱਗੇ? ਮਸਾਂ ਆਪਾਂ ਨੂੰ 1.5 ਮਿੰਟ ਲੱਗਿਆ ਇੰਪਲਾਂਟ ਕਰਨ ਵਾਸਤੇ। ਸੋ ਸਾਰੇ ਭੈਣ ਭਰਾ ਮਤਲਬ ਇਹ ਚੀਜ਼ ਸਮਝਣ ਕਿ ਇਹ ਜਿਹੜੀ ਟੈਕਨੀਕ ਹੈ, ਇਹ ਫਲੈਪਲੈਸ ਟੈਕਨੀਕ ਕਹਿੰਦੇ ਆ ਇਹਨੂੰ ਇੰਪਲਾਂਟ ਪਲੇਸ ਕਰਨ ਦੀ। ਅਤੇ ਤੁਸੀਂ ਇਮੈਜਨ ਕਰੋ ਕਿ ਇੱਕ ਜੌ ਜਿਹੜਾ ਹੈਗਾ, ਜਿਹਨੂੰ 10-10 ਦਿਨ ਲੱਗਦੇ ਸੀ ਇੰਪਲਾਂਟ ਕਰਨ ਨੂੰ, ਹਫ਼ਤਾ ਲੱਗਦਾ ਸੀ ਉਹਨੂੰ, ਮਤਲਬ ਉਹਨੂੰ ਜੌ ਨੂੰ ਤਿਆਰ ਕਰਨ ਵਾਸਤੇ, ਉੱਤੇ ਫਿਕਸ ਬ੍ਰਿਜ ਲਾਉਣ ਵਾਸਤੇ ਇਹ ਸਿਰਫ ਘੰਟੇ 1.5 ਘੰਟੇ ਦਾ ਪ੍ਰੋਸੀਜਰ ਰਹਿ ਗਿਆ। ਔਰ ਉਸ ਤੋਂ ਬਾਅਦ ਉੱਤੇ ਦੰਦ ਲਗਾ ਕੇ ਜੇ ਇੱਕ ਇੰਪਲਾਂਟ 1 ਮਿੰਟ ਲੱਗਦਾ, ਤਾਂ ਤੁਸੀਂ ਦੇਖੋ 6 ਇੰਪਲਾਂਟ ਜਿਨ੍ਹਾਂ ਦੇ ਉੱਤੇ ਸਾਰਾ ਬ੍ਰਿਜ ਖੜਾ ਹੋਣਾ ਹੈ, ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਤਕਰੀਬਨ ਤੁਸੀਂ ਘੰਟੇ 1.5 ਘੰਟੇ 'ਚ ਕਰਤਾ। ਸੋ ਅਲਟੀਮੇਟਲੀ ਤੁਸੀਂ ਹੁਣ ਜਿਹੜਾ ਮਰੀਜ਼ ਮੇਰਾ 15 ਦਿਨਾਂ ਦੇ ਵਿੱਚ ਉੱਪਰ ਤੇ ਥੱਲੇ ਵਾਲਾ ਪੂਰਾ ਜਵਾੜਾ ਲਗਵਾਉਂਦੇ ਸੀਗੇ, ਉਹ ਅਸੀਂ ਤੀਸਰੇ ਦਿਨ ਡੈਂਚਰ ਤਿਆਰ ਕਰਕੇ ਅਸੀਂ ਉਹ ਕਰ ਸਕਦੇ ਹਾਂ। ਕੀ ਬਾਤ ਹੈ। ਔਰ ਡਾਕਟਰ ਸਾਹਿਬ ਕਿੰਨੀ ਜਲਦੀ ਜਿਹੜਾ ਹੈ ਪੇਸ਼ੈਂਟ ਉਹ ਖਾਣ ਪੀਣ ਲੱਗ ਜਾਂਦਾ ਹੈ? ਦੇਖੋ ਉਹ ਜਿਹੜੀ ਚੀਜ਼ ਹੈ ਨਾ, ਉਹ ਇੱਕ ਰੱਬ ਵੱਲੋਂ ਜਿਹੜਾ ਪ੍ਰੋਸੀਜਰ ਹੈ ਨਾ, ਅਕਾਲ ਪੁਰਖ ਨੇ ਜੋ ਬੋਨ ਦੀ ਤਾਕਤ ਬਣਨੀ ਹੈ, ਇੰਪਲਾਂਟ ਇੰਗੇਜ ਹੋਣਾ ਹੈਗਾ, ਇੰਪਲਾਂਟ ਨੇ ਆਪਣੀ ਪਕੜ ਪਾਉਣੀ ਆ ਬੋਨ ਦੇ ਵਿੱਚ, ਉਹ ਪ੍ਰੋਸੀਜਰ ਨੂੰ ਇਸ ਧਰਤੀ 'ਤੇ ਕੋਈ ਬਦਲ ਨਹੀਂ ਸਕਿਆ। ਫਰਕ ਸਿਰਫ ਇੰਨਾ ਹੁੰਦਾ ਕਿ ਹੁਣ ਦੇ ਜਿਹੜੇ ਇੰਪਲਾਂਟ ਆ ਰਹੇ ਆ, ਦੇ ਆਰ ਵੈਰੀ ਐਡਵਾਂਸਡ।
ਉਹ 3-3 ਮਹੀਨੇ ਦੀ ਜਗ੍ਹਾ ਤੇ 1.5 ਮਹੀਨੇ ਦੇ ਵਿੱਚ ਜਿਹੜਾ ਇੰਪਲਾਂਟ ਇੰਗੇਜ ਹੋ ਜਾਂਦਾ ਹੈ ਔਰ ਅਲਟੀਮੇਟਲੀ ਉਹ ਇੰਗੇਜ ਹੋਣ ਤੋਂ ਬਾਅਦ ਫਿਰ ਪੇਸ਼ੈਂਟ ਜਿਹੜਾ ਸੌਫਟ ਫੂਡ ਖਾ ਸਕਦਾ ਐਂਡ 3 ਮਹੀਨਿਆਂ ਬਾਅਦ ਚਾਹੇ ਦਾਣੇ ਚੱਬੀ ਚਲੋ ਚਾਹੇ ਗੰਨੇ ਚੁੱਪੀ ਚਲੋ ਕੋਈ ਦਿੱਕਤ ਨਹੀਂ, ਜਿਵੇਂ ਤੁਹਾਨੂੰ ਮਤਲਬ ਜੋ ਤੁਹਾਡੇ ਮਨਪਸੰਦ ਦੀ ਚੀਜ਼ ਹੈ ਉਹ ਤੁਸੀਂ ਕਰ ਸਕਦੇ ਹੋ। ਹੁਣ ਇਸ ਪੇਸ਼ੈਂਟ ਦੇ ਵਿੱਚ ਜਿਹੜੀ ਆ ਬੋਨ ਗ੍ਰਾਫਟਿੰਗ ਮਤਲਬ ਆਮ ਜੇ ਦੇਖਦੇ ਆ ਉਹ ਕਹਿੰਦੇ ਜੀ ਬੋਨ ਦੀ ਲੋੜ ਹੈ, ਬਟ ਇਹ ਟੈਕਨੀਕ ਦੇ ਰਾਹੀਂ ਤੁਸੀਂ ਉਸੇ ਪੇਸ਼ੈਂਟ ਦੀ ਅੰਦਰੋਂ ਜਿੱਥੋਂ ਤੁਸੀਂ ਡਰਿਲ ਕੀਤਾ ਉਹਨੇ ਬੋਨ ਆਪਣੇ ਆਪ ਹੀ ਐਡ ਹੋ ਕੇ ਔਰ ਪੇਸ਼ੈਂਟ ਦੇ ਇੰਪਲਾਂਟ ਲੱਗ ਸਕਦਾ ਹੈਗਾ। ਸੋ ਬੜੀਆਂ ਚੀਜ਼ਾਂ ਨੇ, ਇਹ ਫਾਇਦੇ ਆ। ਪਰ ਮੈਂ ਜੇ ਕੋਈ ਮੇਰਾ ਡੈਂਟਿਸਟ ਭੈਣ ਭਰਾ ਦੇਖ ਰਿਹਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨੂੰ ਸੌਖਾ ਟੈਕਨੀਕ ਨਾ ਸਮਝੇ। ਇਹ ਜੇ ਤੁਸੀਂ 500,000 ਇੰਪਲਾਂਟ ਲਾਇਆ ਉਸ ਤੋਂ ਬਾਅਦ ਤੁਸੀਂ ਇਹਦੀ ਤਿਆਰੀ ਕਰ ਸਕਦੇ ਹੋ। ਹੁਣ ਕਰੀਬਨ 15-16,000 ਇੰਪਲਾਂਟ ਲਾ ਚੁੱਕੇ ਹਾਂ ਅਤੇ ਇਸ ਟੈਕਨੀਕ ਨੂੰ ਸਮਝਦੇ ਨੂੰ ਮੈਨੂੰ ਕਈ ਸਾਲ ਲੱਗ ਗਏ ਔਰ ਇਸ ਲੈਵਲ 'ਤੇ ਪਹੁੰਚਦਿਆਂ ਨੂੰ। ਤਾਂ ਹੀ ਇੱਕ ਕੌਨਫੀਡੈਂਸ ਦੇ ਨਾਲ ਸਾਰੇ ਮਰੀਜ਼ਾਂ ਨੂੰ ਮੈਂ ਮਤਲਬ ਇਹ ਦੱਸ ਸਕਦਾ ਕਿ ਵੀ ਇੰਪਲਾਂਟ ਦਾ ਪ੍ਰੋਸੀਜਰ ਵੀ ਕਿੰਨਾ ਸੌਖਾ ਹੋ ਗਿਆ। ਪਹਿਲਾਂ ਜਦੋਂ ਕਹਿੰਦੇ ਸੀ ਕਿ ਇੱਕ ਚੀਰਾ ਦਿੱਤਾ, ਕੁੰਨਾ ਖੂਨ ਆਇਆ, ਟਾਂਕੇ ਲਾਏ, ਫਿਰ ਮਰੀਜ਼ ਦੀ ਵਾਰੀ ਆਉਂਦੀ ਸੀ, ਕਹਿੰਦੇ ਜੀ 15-20 ਦਿਨਾਂ ਬਾਅਦ ਆਓ, ਹੁਣ ਮੈਂ ਨਾਪ ਲਊਂਗਾ। ਇਸ ਤੋਂ ਬਾਅਦ ਜਿਹੜਾ ਮੈਂ ਪ੍ਰੋਸੀਜਰ ਤੁਹਾਨੂੰ ਦਿਖਾਊਂਗਾ ਇੰਪਲਾਂਟ ਲੱਗਣ ਤੋਂ ਬਾਅਦ ਕਿ ਅਸੀਂ ਨਾਪ ਵਾਲਾ ਕੰਮ ਵੀ ਖਤਮ ਕਰਤਾ ਹੈਗਾ। ਉਹ ਮਸ਼ੀਨ ਜਿਹੜੀ ਹੈਗੀ ਹੈ 70-75 ਲੱਖ ਰੁਪਇਆ ਕੋਸਟ ਕਰਦੀ ਹੈ ਔਰ ਉਹਦੇ ਰਾਹੀਂ ਸਿਰਫ ਉਹਨੇ ਫੋਟੋ ਖਿੱਚ ਕੇ ਉਹਨੇ ਉਹ ਮਤਲਬ ਸਕੈਨ ਕਰ ਲੈਣਾ। ਸਕੈਨ ਕਰਕੇ ਅਸੀਂ ਉਹ ਤੁਹਾਨੂੰ ਅੱਗੇ ਜਿਵੇਂ ਜਿਵੇਂ ਹੋਊਗਾ ਉਹ ਸਟੈਪ ਦਿਖਾਊਂਗਾ। ਤੁਸੀਂ ਦੇਖੋ ਵੀ ਘੰਟੇ ਦੇ ਵਿੱਚ ਇੰਪਲਾਂਟ ਵੀ ਹੋ ਗਿਆ ਅਤੇ ਕਰਾਊਨ ਬਣ ਕੇ ਵੀ ਬਾਹਰ ਆ ਕੇ ਤੁਸੀਂ ਦੇਖੋ ਵੀ ਇੱਕ ਮਰੀਜ਼ ਦਾ ਕੰਮ ਕਿੰਨਾ ਸੌਖਾ ਹੋ ਗਿਆ ਔਰ ਕਿੰਨੀ ਤਕਲੀਫ ਤੋਂ ਬਾਹਰ ਮਤਲਬ ਬਿਨਾਂ ਤਕਲੀਫ ਤੋਂ ਇਹ ਚੀਜ਼ ਆ ਗਈ। ਬਾਕੀ ਤੁਹਾਡੇ ਪੇਸ਼ੈਂਟ ਸਾਹਮਣੇ ਹੈਗੇ ਆ, ਤੁਸੀਂ ਇਹਨਾਂ ਨਾਲ ਪੁੱਛ ਸਕਦੇ ਹੋ ਵੀ ਕਿੰਨੀ ਤਕਲੀਫ ਹੋਈ ਹੈ। ਸੋ ਕਹਿਣ ਦਾ ਭਾਵ ਹੈ ਕਿ ਟੈਕਨੋਲੋਜੀ ਜਿਹੜੀ ਹੈ, ਟੈਕਨੋਲੋਜੀ ਸਪੋਰਟ ਕਰਦੀ ਹੈ, ਬਟ ਜਿਹੜੇ ਡਾਕਟਰ ਸਾਹਿਬ ਨੇ ਜੋ ਸਰਜਨ ਹੁੰਦੇ ਨੇ ਉਹਨਾਂ ਦਾ ਤਜਰਬਾ ਵੀ ਬਹੁਤ ਜ਼ਰੂਰੀ ਹੈ। ਔਰ ਇੱਥੇ ਡਾਕਟਰ ਰਣਦੀਪ ਦਾ ਜਿਹੜਾ ਤਜਰਬਾ ਹੈ ਉਹ ਕਈ ਸਾਲਾਂ ਦਾ ਹੈ ਔਰ ਕਈ ਸਰਜਰੀਜ਼ ਤੋਂ ਬਾਅਦ ਜਿਹੜਾ ਹੈ ਉਹ ਇੰਨਾ ਹੱਥ ਸਾਫ਼ ਹੁੰਦਾ ਹੈ ਕਿ ਇੰਨੀ ਈਜ਼ੀਲੀ ਜਿਹੜਾ ਇੰਪਲਾਂਟ ਹੋ ਸਕੇ। ਸੋ ਸਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਦੋਂ ਇੰਪਲਾਂਟ ਹੋ ਰਿਹਾ ਸੀਗਾ ਤਾਂ ਕਿੱਦਾਂ ਦਾ ਮਹਿਸੂਸ ਕਰ ਰਹੇ ਸੀ? ਕੋਈ ਪੇਨ ਜਾਂ ਕੁਝ ਵੀ? ਅਗਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਹੋ ਗਿਆ। ਇਟ ਵਾਸ ਸੋ ਸਿੰਪਲ। ਅਤੇ ਐਵਰੀ ਟਾਈਮ ਮੈਂ ਜਦੋਂ ਆਉਣਾ ਭਾਜੀ ਨਾਲ ਕੰਟੈਕਟ ਕਰਕੇ ਡਾਕਟਰ ਸਾਹਿਬ ਨਾਲ ਇੱਥੇ ਕਰਦਾ, ਅਤੇ ਅੱਜ ਤਾਂ ਜਮਾਂ ਹੀ ਨਹੀਂ ਪਤਾ ਲੱਗਿਆ। ਸਕਿੰਟਾਂ 'ਚ ਹੀ ਮੈਨੂੰ ਭਾਜੀ ਨੇ ਜੋ ਕਿਹਾ ਵੀ ਇੰਪਲਾਂਟ ਹੋ ਗਿਆ, ਆਈ ਵਾਸ ਸਰਪ੍ਰਾਈਜ਼, ਇਟਸ ਡਨ। ਮੈਂ ਖੁਦ ਸਰਪ੍ਰਾਈਜ਼ ਹੋ ਗਿਆ ਸੀ ਜਦੋਂ ਮੈਂ ਪੁੱਛਿਆ ਸੀ। ਮੈਨੂੰ ਲੱਗਿਆ ਕਿ ਹਜੇ ਫਰਸਟ ਪ੍ਰੋਸੈਸ ਹੋਇਆ, ਦੈਨ ਉਸ ਤੋਂ ਬਾਅਦ ਕੁਝ ਹੋਰ ਵੀ ਅੱਗੇ ਹੋਏਗਾ ਅਤੇ ਉਹ ਕਹਿੰਦੇ ਵੀ ਇੰਪਲਾਂਟ ਹੋ ਵੀ ਗਿਆ। ਯਾ ਸੇਮ ਆਈ ਵਾਸ ਥਿੰਕਿੰਗ। ਮੈਂ ਵੀ ਇਹੀ ਸੋਚ ਰਿਹਾ ਸੀਗਾ ਵੀ ਹਾਲੇ ਕੁਝ ਕਰਨਾ ਹੈ, ਹਾਲੇ ਤਾਂ ਡਰਿਲ ਕੀਤਾ ਆ, ਬਟ ਇੰਪਲਾਂਟ ਇਜ਼ ਰੈਡੀ। ਕੀ ਬਾਤ ਹੈ। ਸੋ ਇਹ ਇੰਨੀ ਦੂਰੋਂ ਆਸਟ੍ਰੇਲੀਆ ਤੋਂ ਚੱਲ ਕੇ ਆਏ, ਇੰਪਲਾਂਟ ਕਰਾ ਰਹੇ ਨੇ ਐਂਡ ਇਹਨਾਂ ਨੂੰ ਵੀ ਇਹੀ ਚੀਜ਼ ਸੀਗੀ ਕਿ ਵੀ ਪਤਾ ਨਹੀਂ ਕਿੰਨਾ ਲੰਮਾ ਚੌੜਾ ਕੰਮ ਹੋਊਗਾ। ਹੁਣ ਇਹਨਾਂ ਦੇ ਸਾਹਮਣੇ ਹੁਣ ਇਹ ਐਕਸਪੀਰੀਅੰਸ ਜਿਹੜਾ ਹੈ ਉਹ ਇਹ ਵਰਡ ਆਫ ਮਾਊਥ ਆਪੇ ਅੱਗੇ ਦੱਸਦਾ ਮਰੀਜ਼ ਨੂੰ। ਜੇ ਔਖਾ ਹੋਊਗਾ ਉਹ 10 ਮਰੀਜ਼ਾਂ ਦਾ ਕਹਿੰਦਾ ਵੇਖੀ ਭਰਾਵਾ ਪੰਗਾ ਨਾ ਲੈ ਲਈਏ। ਹੁਣ ਜੇ ਮਰੀਜ਼ ਸੌਖਾ ਉਹ 10 ਨੂੰ ਕਹਿੰਦਾ ਜਾ ਉੱਥੇ ਭਾਈ ਕਰਾ ਕੇ ਆ ਜਾ ਤੂੰ। ਬਿਲਕੁਲ। ਸੋ ਦੈਟ ਇਜ਼ ਦਾ ਡਿਫਰੈਂਸ। ਔਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਹ ਗੱਲ ਕਰ ਪਾ ਰਹੇ ਨੇ, ਕੋਈ ਇੱਦਾਂ ਦੀ ਦਿੱਕਤ ਨਹੀਂ ਹੈ, ਬਿਲਕੁਲ ਸਹੀ ਆਵਾਜ਼ ਦੇ ਵਿੱਚ ਪ੍ਰੋਪਰਲੀ ਬੋਲ ਰਹੇ ਨੇ। ਇੱਦਾਂ ਨਹੀਂ ਹੈ ਜਿਵੇਂ ਪਹਿਲਾਂ ਹੁੰਦਾ ਸੀ ਸਰ ਟ੍ਰੀਟਮੈਂਟ ਹੋਇਆ ਤਾਂ ਬੋਲ ਨਹੀਂ ਪਾਉਂਦੇ ਹੁੰਦੇ ਸੀ ਤਰੀਕੇ ਨਾਲ, ਹੈ ਨਾ, ਕੁਝ ਪੇਨ ਹੁੰਦੀ ਸੀ ਜਾਂ ਉਹ ਚੀਜ਼ਾਂ, ਉਹ ਬਿਲਕੁਲ ਵੀ ਹੁਣ ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਮੈਂ ਇੱਕ ਗੱਲ ਸ਼ੇਅਰ ਕਰਨੀ ਚਾਹੂੰਗਾ। ਸ਼ੁਰੂ ਤੋਂ ਹੀ ਜਿੱਦਾਂ ਮੈਂ ਡਾਕਟਰ ਸਾਹਿਬ ਨਾਲ ਜੁੜਿਆ ਹੋਇਆ ਅਤੇ 2006 ਦੀ ਗੱਲ ਆ, ਉਦੋਂ ਇਹਨਾਂ ਨੇ ਮਤਲਬ 3 ਸਿਟਿੰਗਸ ਦੇ ਵਿੱਚ 3 ਅਲੱਗ-ਅਲੱਗ ਦਿਨ RCTs ਹੁੰਦੀਆਂ ਸੀਗੀਆਂ। ਦੈਟ ਟਾਈਮ ਭਾਜੀ ਨੇ ਮੈਨੂੰ ਇੱਕ ਮਤਲਬ ਸਿਟਿੰਗ ਦੇ ਵਿੱਚ RCT ਕਰਕੇ ਦਿੱਤੀ ਸੀ। ਸੋ ਟੈਕਨੋਲੋਜੀ ਇਹਨਾਂ ਕੋਲ ਹੈਗੀ ਆ। ਸੋ ਆਈ ਵੁੱਡ ਲਾਈਕ ਕਿ ਸਾਰੇ ਜਿਹੜੇ ਵੀ ਕੋਈ ਭਰਾ ਭੈਣ ਆਪਣਾ ਕਰਨਾ ਚਾਹੁੰਦੇ, ਟ੍ਰੀਟਮੈਂਟ ਲੈਣਾ ਚਾਹੁੰਦੇ ਆ, ਡਾਕਟਰ ਮਾਨ ਇਜ਼ ਦਾ ਬੈਸਟ। ਜੀ ਬਹੁਤ ਬਹੁਤ ਧੰਨਵਾਦ। ਔਰ ਇਹ ਉਹੀ ਚੀਜ਼ ਹੈ ਜੀ ਕਿ ਤਜਰਬਾ ਵੀ ਨਾਲ ਵੱਡੀ ਚੀਜ਼ ਹੁੰਦੀ ਹੈ। ਔਰ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹ ਇੰਨੇ ਸਾਲ ਪਹਿਲਾਂ ਵੀ ਆਏ ਸੀ ਤਾਂ ਉਦੋਂ ਵੀ ਉਹਨਾਂ ਨੇ ਜਿਹੜਾ ਮਿਨੀਮਮ ਸਿਟਿੰਗਸ ਦੇ ਵਿੱਚ ਜਿਹੜਾ ਉਹਨਾਂ ਦਾ ਸਾਰਾ ਟ੍ਰੀਟਮੈਂਟ ਕੀਤਾ ਸੀ। ਔਰ ਇਹ ਚੀਜ਼ ਤਜਰਬੇ ਨਾਲ ਆਉਂਦੀ ਹੈ। ਟੈਕਨੋਲੋਜੀ ਸਪੋਰਟ ਕਰਦੀ ਹੈ ਬਟ ਤਜਰਬਾ ਜਿਹੜਾ ਬਹੁਤ ਜ਼ਰੂਰੀ ਹੈ। ਅਕਾਲ ਪੁਰਖ ਦੀ ਮਿਹਰ ਸਭ ਤੋਂ ਪਹਿਲਾਂ ਜੀ। ਤਜਰਬਾ ਆਪੇ ਆ ਜਾਂਦਾ ਜਿਹਦੇ ਦਾਤੇ ਦੀ। ਫਿਰ ਕਹਿੰਦੇ ਪੁਰਾਣੀਆਂ ਕਹਾਵਤਾਂ ਬਣੀਆਂ, ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਸੋ ਇੰਪਲਾਂਟ ਲੱਗ ਗਿਆ। ਹੁਣ ਇੰਪਲਾਂਟ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਹਦਾ ਦੰਦ ਤਿਆਰ ਕਰਨਾ। ਸੋ ਇਹ ਮਸ਼ੀਨ ਦੇ ਉੱਤੇ ਬੇਸਿਕਲੀ ਕੰਪਿਊਟਰ 'ਤੇ ਸਾਰਾ ਸਕੈਨ ਹੋਣਾ, ਠੀਕ ਹੈ ਜੀ। ਸੋ ਜਿੰਨਾ ਵੀ ਜਿਹੜਾ ਇੰਪਲਾਂਟ ਲਾਉਣ ਤੋਂ ਬਾਅਦ ਆਪਾਂ 3D ਸਕੈਨ ਕਰਦੇ ਆ, ਉਹਨੇ ਇਮੇਜਸ ਲੈਣੀਆਂ ਨੇ
ਉਹ ਸਾਰੀਆਂ ਕੈਮਰੇ ਦੇ ਰਾਹੀਂ ਸਾਰੀਆਂ ਕੰਪਿਊਟਰ ਦੇ ਉੱਤੇ ਤੁਸੀਂ ਦੇਖੋਗੇ ਕਿਵੇਂ ਆ ਰਹੀਆਂ ਨੇ। ਸੋ ਜੋ ਤੁਸੀਂ ਦੇਖੋ ਵੀ ਕਿੰਨਾ ਫਰਕ ਪੈ ਗਿਆ ਕਿ ਪਹਿਲਾਂ ਟਰੇ ਐਡੀ ਵੱਡੀ ਮੂੰਹ 'ਚ ਪਾ ਕੇ ਕਈ ਪੇਸ਼ੈਂਟਸ ਨੂੰ ਉਹ ਕਹਿੰਦੇ ਨਾ ਗੈਗ ਰਿਫਲੈਕਸ ਆਉਂਦਾ, ਕੋਈ ਵੱਤ ਆ ਗਿਆ, ਕੁਛ ਆ ਗਿਆ, ਤਕਲੀਫ ਹੁੰਦੀ ਸੀ, ਇੰਜਰੀ ਹੋ ਜਾਂਦੀ ਸੀ, ਉਹ ਸਾਰਾ ਕੰਮ ਖਤਮ ਹੋ ਗਿਆ। ਸੋ ਅਲਟੀਮੇਟਲੀ ਹੁਣ ਤੁਸੀਂ ਮਤਲਬ ਇਸ ਚੀਜ਼ ਨੂੰ ਇੱਕ ਇੰਪ੍ਰੈਸ਼ਨ ਦੀ ਜਗ੍ਹਾ ਦੇ ਉੱਤੇ ਇੱਕ ਫੋਟੋਗ੍ਰਾਫ ਦੇ ਰਾਹੀਂ ਔਰ ਕੰਪਿਊਟਰ ਨੇ ਡਿਜ਼ਾਈਨ ਕਰਨਾ, ਔਰ ਕੰਪਿਊਟਰ ਦੇ ਥਰੂ ਜਿਹੜੀ ਚੀਜ਼ ਡਿਜ਼ਾਈਨ ਹੋਈ ਹੈ ਇਹ ਆਲਮੋਸਟ ਆਪਾਂ ਜ਼ੀਰੋ ਐਰਰ ਗਿਣਦੇ ਇਹਨੂੰ। ਸੋ ਉਹ ਪ੍ਰੋਸੀਜਰ ਹੁਣ ਮੈਂ ਤੁਹਾਨੂੰ ਦਿਖਾਊਂਗਾ ਔਰ ਤੁਸੀਂ ਰਿਕਾਰਡ ਕਰਿਓ। ਇਹ ਸਾਡਾ ਹੁਣ ਉੱਪਰ ਵਾਲਾ ਜੌ ਜਿੱਥੇ ਆਪਾਂ ਇੰਪਲਾਂਟ ਕੀਤਾ ਦੇਖੋ ਬਾਹਰ ਨਿਕਲਿਆ ਹੋਇਆ, ਇਹ ਸਕੈਨ ਹੋ ਗਿਆ। ਠੀਕ ਹੈ, ਇਹ ਸਕੈਨ ਦੇ ਵਿੱਚ ਪਿਕਚਰ ਆ ਗਈ। ਹੁਣ ਆਪਾਂ ਨੀਚੇ ਵਾਲਾ ਜਿਹੜਾ ਆਪੋਜ਼ਿਟ ਜੌ ਹੈ ਉਹ ਕਰਾਂਗੇ ਸਕੈਨ। ਸੋ ਨੀਚੇ ਵਾਲੇ ਜੌ ਜਿਹੜਾ ਹੈਗਾ ਉਸ ਤੋਂ ਬਾਅਦ ਆਪਾਂ ਜਿੱਥੇ ਦੰਦ ਬੰਦ ਕਰਦੇ ਹਾਂ ਤਾਂ ਕਿ ਉਹਦੀ ਐਗਜ਼ੈਕਟ ਆਪਾਂ ਨੂੰ ਪਤਾ ਲੱਗੇ ਕਿ ਦੰਦ ਆਪਸ 'ਚ ਮਿਲਣ ਦੇ ਉੱਤੇ ਉਹ ਕਰਾਊਨ ਨਾਲ ਜਿੱਥੇ ਆਪਾਂ ਇੰਪਲਾਂਟ ਲਾਉਣਾ ਉਹ ਥੱਲੇ ਵਾਲੇ ਦੰਦ ਨਾਲ ਮਿਲਣਾ ਕਿ ਨਹੀਂ, ਇਹ ਉਹਦੇ ਵਾਸਤੇ ਹੁਣ ਤੀਜਾ ਸਟੈਪ ਹੈਗਾ। ਸੋ ਹੁਣ ਇਹਨਾਂ ਇਮੇजेस ਦੇ ਹਿਸਾਬ ਦੇ ਨਾਲ ਮਸ਼ੀਨ ਜਿਹੜਾ ਉਹ ਪੂਰਾ ਸਾਈਜ਼ ਤਿਆਰ ਮਸ਼ੀਨ ਨੇ ਹੁਣ ਦੇਖੋ ਮਾਡਲ ਡਿਜ਼ਾਈਨ ਕਰਨਾ, ਜੋ ਆਪਾਂ ਮੂੰਹ 'ਚੋਂ ਇੰਪ੍ਰੈਸ਼ਨ ਲਿਆ, ਇਮੇजेस ਲਈਆਂ ਨੇ, ਆ ਤੁਹਾਨੂੰ ਹੁਣ ਮਾਡਲ ਤੁਹਾਡੇ ਸਾਹਮਣੇ ਇਹ ਬਣ ਕੇ ਆਊਗਾ ਔਰ ਇਹਦੇ 'ਚ ਆਪਾਂ ਨੂੰ ਜੱਜਮੈਂਟ ਹੋਊਗੀ ਵੀ ਇਹ ਕਿੱਥੇ ਆਪਾਂ ਇਹ ਦੰਦ ਦੀ ਜਿਹੜੀ ਪੋਜੀਸ਼ਨ ਹੋਣੀ ਚਾਹੀਦੀ ਹੈ ਉਹ ਕੰਪਿਊਟਰ ਸਾਰਾ ਸੈਟਿੰਗ ਕਰ ਰਿਹਾ ਬੇਸਿਕਲੀ। ਸੋ ਇਹਨੂੰ ਐਕਸੈਸ ਕਹਿ ਲਓ, ਇਹਨੂੰ ਅਟੈਚਮੈਂਟ ਕਹਿ ਲਓ, ਜਿੱਥੇ ਤੱਕ ਇਹ ਆਪਣੀ ਫਿਕਸਿੰਗ ਹੋਣੀ ਚਾਹੀਦੀ ਹੈ, ਕਿੱਥੇ ਕੰਪਿਊਟਰ ਨੇ ਆਪਣਾ ਦੰਦ ਬਣਾਉਣਾ ਉਹ ਚੀਜ਼ ਸਭ ਤੋਂ ਇੰਪੋਰਟੈਂਟ ਹੈ ਤਾਂ ਕਿ ਦੰਦ ਐਗਜ਼ੈਕਟਲੀ ਉਸ ਹਿਸਾਬ ਨਾਲ ਫਿੱਟ ਹੋਵੇ। ਹੁਣ ਦੇਖੋ ਇਹਨੇ ਕਰਕੇ ਆ ਚੀਜ਼ ਸਾਰਾ ਬਣ ਕੇ ਆ ਗਿਆ। ਇਹਦੇ ਉੱਤੇ ਜਿਹੜੇ ਹੈਗੇ ਆ ਹੁਣ ਤੁਸੀਂ ਦੇਖੋਗੇ ਆਪਣੇ ਮਾਰਜਨ ਬਣਾ ਦੇਣੇ। ਸੋ ਇੱਕ ਵਾਰੀ ਇਹਦੇ ਵੇਖ ਕੇ ਫਿਰ ਤੁਸੀਂ ਇਹਨੂੰ ਰਿਫਾਈਨ ਕਰ ਲਓਗੇ ਇਮੇਜ ਨੂੰ ਵੀ ਕਿੱਥੇ ਤੁਹਾਡਾ ਦੰਦ ਦਾ ਜਿਹੜਾ ਹੈਗਾ ਸਾਈਜ਼ ਕਿੰਨਾ ਚੌੜਾ ਚਾਹੀਦਾ, ਉਹ ਇੱਕ ਬਾਕੀ ਅੱਗੇ ਡਿਜ਼ਾਈਨਿੰਗ ਕੰਪਿਊਟਰ ਕਰੂਗਾ ਜੀ। ਜੇ ਹੁਣ ਤੁਸੀਂ ਦੇਖੋਗੇ ਆਹ ਬਲੌਕ ਹੈ, ਇਹ ਜ਼ਰਕੋਨੀਆ ਬਲੌਕ ਕਹਿੰਦੇ ਐਂਡ ਵਰਲਡ ਦਾ ਨੰਬਰ 1 ਮਟੀਰੀਅਲ ਹੈ ਜੀ ਇਹ, ਐਂਡ ਹਾਰਡੈਸਟ ਮਟੀਰੀਅਲ। ਤੁਸੀਂ ਚਾਹੇ ਜੋ ਮਰਜ਼ੀ ਕਰੀ ਜਾਓ, ਜਿਵੇਂ ਆਪਾਂ ਮਰੀਜ਼ ਆਉਂਦੇ ਆ ਉਹ ਕਹਿੰਦੇ ਜੀ ਸਾਡਾ ਕਰਾਊਨ ਤਿੜਕ ਗਿਆ, ਉਹਦੇ ਉੱਤੋਂ ਜਿਹੜਾ ਸਿਰੈਮਿਕ ਲੈ ਗਿਆ, ਥੱਲੇ ਲੋਹਾ ਨਿਕਲਿਆ, ਇਹਦੇ ਵਿੱਚ ਕੋਈ ਲੋਹਾ ਨਹੀਂ ਹੋਊਗਾ। ਐਂਡ ਦੇ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਵੀ ਇੱਕ ਤਰ੍ਹਾਂ ਦਾ ਗਲਾਸ ਕਰਾਊਨ ਜਿਵੇਂ ਬਣ ਕੇ ਨਿਕਲਦੇ ਆ, ਇਹ ਉਹ ਜ਼ਰਕੋਨੀਆ। ਸੋ ਇਹ ਬੇਸਿਕਲੀ ਇਸ ਮਸ਼ੀਨ ਦੇ ਵਿੱਚ ਜਾਣਾ। ਮਸ਼ੀਨ ਨੂੰ ਆਪਾਂ ਜਿਹੜਾ ਹੈਗਾ ਇਹ CMXL ਮਸ਼ੀਨ ਹੈਗੀ ਆ, MCXL। ਸੋ ਕਮਾਂਡ ਦੇਤੀ ਆ, ਉਹਨੇ ਲਿਖਿਆ ਵੀ ਕਹਿੰਦੇ ਪਲੀਜ਼ ਇਨਸਰਟ ਬਲੌਕ ਐਂਡ ਚੈਂਬਰ ਕਲੋਜ਼ ਕਰ ਦਿਓ। ਹੁਣ ਮਸ਼ੀਨ ਨੇ ਜੋ ਅਸੀਂ ਦੰਦ ਤਿਆਰ ਕੀਤਾ ਉਹ ਜਿਹੜਾ ਦੰਦ ਤਿਆਰ ਹੈ ਉਹਦੀਆਂ ਡਾਇਮੈਂਸ਼ਨਸ ਆ, ਕੰਪਿਊਟਰ ਨੇ ਜਿੰਨਾ ਕੁਝ ਕੱਢਿਆ ਉਹ ਐਗਜ਼ੈਕਟਲੀ ਸਾਰਾ ਇਹਦੇ ਵਿੱਚ ਟਰਾਂਸਫਰ ਹੋ ਗਿਆ। ਓਕੇ, ਸੋ ਹੁਣ ਇਸ ਮਸ਼ੀਨ ਨੇ ਹੁਣ ਉਹ ਜਿੰਨੀਆਂ ਡਾਇਮੈਂਸ਼ਨਸ ਆ ਉਹਦੇ ਬਰਾਬਰ ਦਾ ਜਿਹੜਾ ਹੈ ਕਰਾਊਨ ਇਹ ਕੱਢੂਗੀ। ਹੁਣ ਜੇ ਤੁਸੀਂ ਕਹਾਂ ਇਹਨੇ ਆ ਗਿਆ ਅਪਰੋਕਸੀਮੇਟਲੀ 16 ਮਿੰਟ ਦਿਖਾ ਰਿਹਾ, ਬਟ ਇਹ ਕਰਾਊਨ ਸਿੰਗਲ ਹੈਗਾ, ਇਹਨੂੰ 1-2 ਮਿੰਟ ਲੱਗਣਗੇ ਇਹਨੀਆਂ ਡਾਇਮੈਂਸ਼ਨ ਸੈੱਟ ਕਰਨੀਆਂ ਨੇ। ਫਿਰ ਤੁਸੀਂ ਦੇਖੋ ਵੀ ਇਹ ਆਲਮੋਸਟ ਲਾਈਕ 10 ਮਿੰਟਾਂ ਦੇ ਵਿੱਚ ਜਿਹੜਾ ਹੈ ਇਹ ਮਿਲਿੰਗ ਕਰੂਗਾ। ਓਕੇ, ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਾਊਨ ਜਿਹੜਾ ਤਿਆਰ ਹੋ ਰਿਹਾ ਔਰ ਇਹਨੇ ਆਪਣਾ ਟਾਈਮ ਲੈਣਾ ਤੇ ਪੂਰਾ ਕਰਾਊਨ ਸ਼ੇਪ ਦੇ ਵਿੱਚ ਡਿਜ਼ਾਈਨ ਹੋ ਕੇ ਬਾਹਰ ਆ ਜਾਏਗਾ। ਸੋ ਪਹਿਲਾਂ ਆਪਾਂ ਸਿੰਗਲ ਇੰਪਲਾਂਟ ਦੀ ਗੱਲ ਕੀਤੀ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਹੈਗਾ ਕਿ ਫੁੱਲ ਮਾਊਥ ਕੇਸ ਜਿਹੜੇ ਹੈ ਵੀ ਪੂਰਾ ਜਵਾੜਾ ਕਿਵੇਂ ਲੱਗਣਾ ਹੈਗਾ, ਉਹਦੇ ਉੱਤੇ ਹੱਡੀ ਪਤਲੀ ਆ ਮੋਟੀ ਆ ਕਿਸ ਤਰ੍ਹਾਂ ਹੈਗਾ, ਉਹ ਚੀਜ਼ ਮੈਂ ਤੁਹਾਨੂੰ ਇੱਕ ਪਿਕਚਰ ਦਿਖਾਊਂਗਾ ਜਿਹੜਾ ਕਿ ਤੁਹਾਨੂੰ ਲੌਂਗ ਰਨ 'ਚ ਸਮਝ ਆ ਜਾਊਗੀ ਵੀ ਆਪਾਂ ਉੱਤੇ ਦੰਦ ਫਿਕਸ ਕਿੱਥੇ ਕਰਨੇ ਹੈਗੇ ਆ। ਸੋ
ਸੋ ਆਹ ਸਾਡੇ ਇੰਪਲਾਂਟਸ ਲੱਗੇ ਹੋਏ ਨੇ, ਠੀਕ ਹੈ। ਇਹਨਾਂ ਦੇ ਉੱਤੇ ਜਿਹੜਾ ਹੈਗੇ ਆਪਾਂ ਦੰਦ ਫਿਕਸ ਕਰਨੇ ਹੈਗੇ। ਸੋ ਦੰਦ ਬਣ ਕੇ ਆਏ ਨੇ, ਜੇ ਇਹਨਾਂ ਨੂੰ ਦੇਖੋਗੇ ਤਾਂ ਇਹ ਦੰਦ ਤੁਹਾਡੇ ਉੱਤੇ ਇਹ ਗਲੂ ਦੇ ਨਾਲ ਅਸੀਂ ਫਿਕਸ ਕਰਦੇ ਹੈਗੇ ਜੀ। ਬੰਦ ਕਰ ਲਓ ਜੀ, ਆਹ ਦੰਦ ਆਪਸ 'ਚ। ਸੋ ਇਹ ਸਾਰਾ ਇੰਪਲਾਂਟ ਦਾ ਕੇਸ ਹੀ ਹੈ। ਸੋ ਇਹਦੇ 'ਚ ਫਿਕਸਿੰਗ ਕਰਕੇ 6 ਇੰਪਲਾਂਟ ਥੱਲੇ 6 ਉੱਤੇ, ਔਰ ਇਹਦੇ 'ਚ ਮਤਲਬ ਜਿਹੜਾ ਹੈਗਾ ਪੇਸ਼ੈਂਟ ਨੂੰ ਜਿੱਦਾਂ ਮਰਜ਼ੀ ਜੋ ਮਰਜ਼ੀ ਫੂਡ ਖਾ ਸਕਦੇ ਹੈਗੇ। ਸੋ ਬੇਸਿਕਲੀ ਤੁਸੀਂ ਦੇਖੋਗੇ ਕਿ 16 ਮਿੰਟ ਦੇ ਉੱਤੇ ਇਹ ਸ਼ੁਰੂ ਹੋਇਆ ਸੀਗਾ ਆਪਣਾ ਪ੍ਰਪੇਅਰ ਕਰਦੇ ਡਾਇਮੈਂਸ਼ਨਸ ਵਗੈਰਾ। ਹੁਣ ਅਲਟੀਮੇਟਲੀ ਹੁਣ ਇਹ ਤਕਰੀਬਨ 4-5 ਮਿੰਟ ਦੇ ਉੱਤੇ ਰਹਿ ਗਿਆ ਵਨਸ ਫਾਈਨਲ। ਸੋ ਇਹ ਹੁਣ 6-7 ਮਿੰਟ ਦਾ ਇਹ ਪ੍ਰੋਸੈਸ ਹੋ ਗਿਆ ਜੀ। 25 ਮਿੰਟ ਦਾ ਅੰਦਰ ਸਿੰਟਰਿੰਗ ਦਾ ਪ੍ਰੋਸੈਸ ਹੈ, ਉਹ ਵੀ ਆਪਾਂ ਟਾਈਮ ਨੋਟ ਕਰਾਂਗੇ। ਮਸ਼ੀਨ ਨੇ ਜਦੋਂ ਇਹਨੇ ਪੱਕਾ ਕਰਨਾ, ਇਹਨੂੰ ਅਸੀਂ ਬੇਕਿੰਗ ਕਹਿੰਦੇ ਆ। ਓਕੇ। ਸੋ ਬੇਸਿਕਲੀ ਸਿੰਟਰਿੰਗ ਕੀ ਆ, 1300 ਡਿਗਰੀ ਤੇ ਜਾ ਕੇ ਇਹ ਬਣਨਾ ਹੈਗਾ ਕਰਾਊਨ ਜਿੰਨਾ ਵੀ ਹੈ। ਤੋ ਹੁਣ ਜੇ ਤੁਸੀਂ ਦੇਖੋਗੇ ਇਹ ਆਪਾਂ ਸਿੰਗਲ ਬਲੌਕ ਪਾਇਆ ਸੀਗਾ, ਔਰ ਇਹਦੇ ਵਿੱਚ ਆਹ ਕਰਾਊਨ ਬਣਾ ਕੇ ਇਹਨਾਂ ਨੇ ਰੈਡੀ ਕਰਤਾ। ਔਰ ਆਹ ਦੇਖੋ ਇਹਦੀ ਬੈਕ ਸਾਈਡ ਤੇ ਹੋਲ ਹੈ, ਜਿਹਦੇ ਵਿੱਚ ਇਹ ਹੋਲ ਦੇ ਜਿਹੜਾ ਹੈ ਉਹ ਇੰਪਲਾਂਟ ਦੀ ਅਬਟਮੈਂਟ ਤੇ ਚੜ ਜਾਣਾ। ਸੋ ਉਹਦੇ ਵਿੱਚ ਜਾ ਕੇ ਗਲੂ ਨਾਲ ਫਿਕਸ ਕਰਨਾ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਸੈਕੰਡ ਪ੍ਰੋਸੈਸ ਜਿਹੜਾ ਲਾਸਟ ਹੈ, ਜਿਹੜੀ ਉਹਦੀ ਬੇਕ ਕਰਦੇ ਹਾਂ ਅਸੀਂ, ਉਹ ਮਸ਼ੀਨ ਦੇ ਵਿੱਚ ਇਹ ਕਰਾਊਨ ਨੂੰ ਕੱਢਣਾ ਤੇ ਮਸ਼ੀਨ ਦੇ ਵਿੱਚ ਪਾਵਾਂਗੇ ਆਪਾਂ। ਸੋ ਆਹ ਦੇਖੋ ਗੁਰਨਿੰਦਰ ਸਿੰਘ ਇਹਨਾਂ ਦਾ ਨਾਮ ਆ ਗਿਆ। ਸੋ ਜੋ ਕੰਪਿਊਟਰ ਨੇ ਤਿਆਰ ਕੀਤਾ, ਉੱਥੇ ਮਿਲਿੰਗ ਮਸ਼ੀਨ ਨੇ ਮਿਲ ਕੀਤਾ। ਸੋ ਮਿਲ ਨੇ ਆਪਣਾ ਡਾਟਾ ਹੁਣ ਇੱਥੇ ਟਰਾਂਸਫਰ ਕਰਤਾ ਇਸ ਮਸ਼ੀਨ ਦੇ ਵਿੱਚ। ਸੋ ਹੁਣ ਇਹਨੂੰ ਅਸੀਂ ਸੈਂਟਰਿੰਗ ਹੈਗਾ ਕਿ ਬੇਸਿਕਲੀ ਇਹ ਹਾਰਡ ਕਰਨਾ ਹੈ, ਔਰ 1300 ਡਿਗਰੀ ਦੇ ਉੱਤੇ ਜਿਹੜਾ ਇਹ ਹਾਰਡ ਹੋਊਗਾ। 28 ਮਿੰਟ ਦਾ ਪ੍ਰੋਸੈਸ ਹੈ। ਅੱਛਾ ਜੀ। ਸੋ 28 ਮਿੰਟ ਇੱਕ ਹੋ ਗਏ ਜੀ, ਤੇ 7 ਮਿੰਟ ਇੱਕ ਹੋ ਗਏ। 28 7 35 36 ਮਿੰਟ ਦੇ ਵਿੱਚ ਆਪਣਾ ਇੱਕ ਕਰਾਊਨ ਤਿਆਰ ਹੋ ਗਿਆ। ਔਰ 5 ਮਿੰਟ 7 ਮਿੰਟ ਤੁਸੀਂ ਇੰਪਲਾਂਟ ਦੇ ਲਾ ਲਓ। 40-42 ਮਿੰਟ ਦੇ ਵਿੱਚ ਤੁਸੀਂ ਇਹ ਆਪਣਾ ਤਿਆਰ ਰੈਡੀ ਕਰਕੇ ਦਿਓ। ਆ ਦੇਖੋ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ, 36 39 40 42। ਓਕੇ। ਸੋ ਇਹ 1300 ਡਿਗਰੀ ਤੇ ਜਾਊਗਾ। ਉਸ ਤੋਂ ਬਾਅਦ ਜਦੋਂ ਜਾ ਕੇ ਫਿਰ ਇਹ ਵਾਪਸ ਆ ਜਾਊਗਾ। ਠੀਕ ਹੈ। ਸੋ ਤੁਸੀਂ ਇਮੈਜਿਨ, ਮਤਲਬ ਜੋ ਮੈਂ ਹਮੇਸ਼ਾ ਹੀ ਕਹਿੰਦਾ ਕਿ ਜੋ ਕਹੋ ਉਹਨੂੰ ਕਰਕੇ ਦਿਖਾਓ, ਫਿਰ ਤੁਸੀਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਔਰ ਤੁਹਾਨੂੰ ਬਿਲੀਵ ਕਰਕੇ ਤੁਹਾਡੇ ਕੋਲੇ ਆਉਣਗੇ। ਇਹੀ ਚੀਜ਼ ਮੈਂ ਸਾਰੇ ਭੈਣ ਭਰਾਵਾਂ, ਜਿੰਨੇ ਵੀ ਸਾਡੇ ਭੈਣ ਭਰਾ ਮਰੀਜ਼ ਬੈਠੇ ਨੇ, ਔਰ ਉਹਨਾਂ ਨੂੰ ਕਿ ਦੇਖੋ ਕਿੰਨੀ ਟੈਕਨੋਲੋਜੀ ਦਾ ਫਰਕ ਪੈ ਗਿਆ। ਔਰ ਇਹ ਸਾਰੀ ਐਡਵਾਂਸ ਟੈਕਨੋਲੋਜੀ ਦੇ ਨਾਲ ਹਰ ਚੀਜ਼ ਦੀ ਮੈਂ ਗਾਰੰਟੀ ਦੇ ਰਿਹਾ, ਚਾਹੇ ਉਹ ਇੰਪਲਾਂਟ ਹੈ, ਚਾਹੇ ਇਹ ਕਰਾਊਨ ਨੇ। ਕਦੇ ਵੀ ਤੁਹਾਨੂੰ ਇੱਕ ਵਾਰੀ ਤੁਸੀਂ ਜੋ ਪੈਸਾ ਲਾ ਲਿਆ, ਮੈਨੂੰ ਪਤਾ ਵੀ ਕਹਿੰਦੇ ਵਿਦੇਸ਼ਾਂ ਦੇ ਵਿੱਚ ਕਿੰਨਾ ਮਤਲਬ ਪੈਸਾ ਕਮਾਉਣਾ ਔਖਾ ਹੈਗਾ, ਔਰ ਉਹਨੂੰ ਉਸੇ ਦੀ ਰਿਸਪੈਕਟ ਅਸੀਂ ਕਰਦੇ ਹਾਂ। ਔਰ ਉਹਨੂੰ ਮਨ 'ਚ ਰੱਖ ਕੇ ਮੈਂ ਡਿਸਾਈਡ ਕੀਤਾ ਵੀ ਇੱਕ ਵਾਰੀ ਜੋ ਚਾਰਜਸ ਲੱਗ ਗਏ, ਦੁਬਾਰਾ ਪੇਸ਼ੈਂਟ ਤੋਂ ਲਾਈਫ ਟਾਈਮ ਅਸੀਂ ਕੋਈ ਚਾਰਜ ਨਹੀਂ ਲਵਾਂਗੇ। ਸੋ ਜਦੋਂ ਇਹ ਇੰਪਲਾਂਟ ਲੱਗ ਜਾਂਦਾ ਹੈ ਤਾਂ ਇਸ ਦੀ ਲਾਈਫ ਕਿੰਨੀ ਹੁੰਦੀ ਹੈ ਡਾਕਟਰ ਸਾਹਿਬ, ਔਰ ਕਿਸ ਤਰੀਕੇ ਦੇ ਨਾਲ ਇਸ ਨੂੰ ਪ੍ਰੋਟੈਕਟ ਰੱਖਿਆ ਜਾ ਸਕਦਾ ਹੈ? ਦੇਖੋ ਮੈਂ ਇਹ ਸਵਾਲ ਵੀ ਇੱਕ ਮੇਰਾ ਪੇਸ਼ੈਂਟ ਸੀਗਾ ਜਿਹਨੇ ਪੁੱਛਿਆ, ਕਹਿੰਦਾ ਜੀ ਮੈਂ ਉਦੋਂ ਲਾਈਵ ਸ਼ੋਅ ਕਰ ਰਿਹਾ ਸੀਗਾ ਕਿ ਇਹਦੀ ਗਾਰੰਟੀ ਕੀ ਹੈਗੀ ਆ। ਗਾਰੰਟੀ ਤਾਂ ਕਿਸ ਚੀਜ਼ ਦੀ ਦੇ ਨਹੀਂ ਸਕਦੇ। ਦੇਖੋ ਗੱਲ ਇਹ ਹੈ ਵੀ ਫਿਰ ਵੀ ਮੈਂ ਹਿਊਮਨ ਬੀਇੰਗ ਆ। ਜੋ ਪਰਫੈਕਸ਼ਨ ਰੱਬ ਵੱਲੋਂ ਹੈ ਉਹ ਤਾਂ ਰੱਬ ਅਕਾਲ ਪੁਰਖ ਕੋਲੇ ਆ, ਬਟ ਸਾਡੀ ਸਟੱਡੀ ਦੇ ਹਿਸਾਬ ਨਾਲ 98% ਦੇ ਨੇੜੇ ਸਕਸੈਸ ਰੇਟ ਇੰਪਲਾਂਟਸ ਦਾ ਹੈਗਾ। ਜੇ ਖੁਦਾ ਨਾ ਖਾਸਤਾ ਕੋਈ ਇੰਪਲਾਂਟ ਫੇਲ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਰਿਪਲੇਸ ਕਰ ਦਿੰਦੇ ਹਾਂ। ਇਸੇ ਕਰਕੇ ਅਸੀਂ ਪੇਸ਼ੈਂਟਸ ਨੂੰ ਕਹਿੰਦੇ ਹਾਂ, ਵਾਰੰਟੀ ਇਸ ਕਰਕੇ ਦੇ ਰਹੇ ਹਾਂ ਵੀ ਕੱਲ੍ਹ ਨੂੰ ਤੁਹਾਡਾ ਪੈਸਾ ਨਾ ਲੱਗੇ। ਠੀਕ ਹੈ, ਜੋ ਚੀਜ਼ ਇੱਕ ਵਾਰੀ ਮਤਲਬ 100% ਤਾਂ ਅਸੀਂ ਕੋਈ ਵੀ ਇਨਸਾਨ ਨਹੀਂ ਦੇ ਸਕਦਾ। ਬਾਈਪਾਸ ਕਰਾਉਂਦੇ ਹੈਗੇ ਪੇਸ਼ੈਂਟਸ ਦਾ ਫੇਲ ਹੋ ਜਾਂਦਾ ਹੈ,
ਕਿਡਨੀ ਟ੍ਰਾਂਸਪਲਾਂਟ ਕਰਾਉਂਦੇ ਫੇਲ ਹੋ ਜਾਂਦੇ ਆ। ਸੋ ਇਦਾਂ ਹੀ ਮਤਲਬ ਜਿਹੜੇ ਡਾਕਟਰਸ ਆਪਦੇ ਵੱਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 100% ਸਕਸੈਸ ਦਈਏ, ਬਟ ਸਾਡੇ ਵੀ ਹੱਥ ਜਾ ਕੇ ਕਿਸੇ ਜਗ੍ਹਾ ਤੇ ਖੜੇ ਹੋ ਜਾਂਦੇ ਜਿੱਥੇ ਦਿੱਕਤ ਆ ਜਾਂਦੀ ਹੈ। ਸੋ ਪੇਸ਼ੈਂਟਸ ਨੂੰ ਜਿਹੜਾ ਇਮੀਡੀਏਟ ਇੰਪਲਾਂਟ ਵਿਦ ਇਮੀਡੀਏਟ ਲੋਡਿੰਗ ਆ, ਉਹਨਾਂ ਦੇ ਵਿੱਚ ਇਹੀ ਚੀਜ਼ ਅਸੀਂ ਕਹਿੰਦੇ ਆ ਕਿ 3 ਮਹੀਨੇ ਵਾਸਤੇ ਤੁਸੀਂ ਡਾਈਟ ਜਿਹੜੀ ਹੈ ਉਹ ਸੌਫਟ ਡਾਈਟ ਖਾਣੀ ਹੈ। ਕਿਸੇ ਮੈਂ ਡਾਈਟ ਨੂੰ ਰੋਕਦਾ ਨਹੀਂ ਆ, ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ, ਸੌਫਟ ਤੇ ਸੈਮੀ ਸੋਲਿਡ ਡਾਈਟ 3 ਮਹੀਨੇ ਵਾਸਤੇ ਖਾਓ। ਉਸ ਤੋਂ ਬਾਅਦ ਜੋ ਮਰਜ਼ੀ ਤੁਸੀਂ ਖਾਈ ਪੀ ਚਲੋ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ ਆਉਂਦੀ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਇੰਪਲਾਂਟ ਨੂੰ ਪ੍ਰੋਟੈਕਟ ਵੀ ਰੱਖ ਸਕਦੇ ਹਾਂ। ਹਾਂ, ਇਹਦੀ ਲੌਂਗੇਵਿਟੀ ਆਟੋਮੈਟਿਕਲੀ ਵੱਧ ਜਾਂਦੀ ਹੈਗੀ ਆ। ਔਰ ਟਾਈਮ ਟੂ ਟਾਈਮ ਜਦੋਂ ਤੁਸੀਂ 6 ਮਹੀਨੇ ਸਾਲ ਬਾਅਦ ਗੇੜਾ ਮਾਰਦੇ ਹੋ ਤਾਂ ਜ਼ਰੂਰ ਇੱਕ ਵਾਰੀ ਐਕਸ-ਰੇ ਕਰਾ ਲਓ। ਨਹੀਂ ਤਾਂ ਮੈਂ ਜਿਵੇਂ ਜਾਣਾ ਹੈਗਾ ਕੈਨੇਡਾ, USA, ਤੁਸੀਂ ਮੈਨੂੰ WhatsApp ਤੇ ਵੀ ਦੇਖੋਗੇ ਤਾਂ ਵੀ ਮੇਰਾ ਕੰਸਲਟੇਸ਼ਨ ਹਮੇਸ਼ਾ ਹਾਜ਼ਰ ਹੈ। ਸੋ ਡਾਕਟਰ ਸਾਹਿਬ, ਇਸ ਦੇ ਨਾਲ ਜਿਹੜੀ ਘਸਣ ਦੀ ਗੱਲ ਹੁੰਦੀ ਹੈ ਵੀ ਅਸੀਂ ਜਿੰਨਾ ਹੁਣ ਖਾਵਾਂ ਪੀਵਾਂਗੇ ਹੈ ਨਾ, ਉਹਦੇ ਨਾਲ ਉਹ ਘਸਦਾ ਵੀ ਹੈ ਜਾਂ ਬਰਸ਼ ਕਰਨ ਦੇ ਵਿੱਚ ਇਦਾਂ ਦੀ ਕੋਈ ਦਿੱਕਤ ਹੈ? ਇਹ ਤਾਂ ਇੱਕ ਵਾਰੀ ਜਿਹੜੀ ਚੀਜ਼ ਲੱਗ ਗਈ ਇਹਨੇ ਸਾਰੀ ਉਮਰ ਉਹੀ ਆ, ਉਹਦੇ ਤੋਂ ਕੋਈ ਕਸਾਈ ਨਹੀਂ ਹੋਣੀ ਜੀ। ਇੰਨਾ ਹਾਰਡ ਮਟੀਰੀਅਲ ਇਹ। ਦਿਸ ਇਜ਼ ਦਾ ਬੈਸਟ ਮਟੀਰੀਅਲ ਇਨ ਦਾ ਵਰਲਡ। ਜਰਮਨ ਹੈਗਾ ਐਂਡ ਜਰਮਨ ਟੈਕਨੋਲੋਜੀ ਜਿਹੜੀ ਹੈਗੀ ਆ ਇਸ ਵੇਲੇ ਮੰਨੀ ਪ੍ਰਮੰਨੀ ਹੈਗੀ ਆ ਦੁਨੀਆ ਦੇ ਵਿੱਚ। ਸੋ ਦਰਸ਼ਕੋ, ਇੱਥੇ ਗੱਲ ਸ਼ੋਰ ਹੋ ਜਾਂਦੀ ਹੈ ਕਿ ਜੇ ਤੁਸੀਂ ਇੱਕ ਵਾਰੀ ਇੰਪਲਾਂਟ ਲਗਵਾ ਲੈਂਦੇ ਹੋ ਤਾਂ 98% ਇਹ ਹੈ ਕਿ ਉਸਦੇ ਬਿਲਕੁਲ ਵੀ ਉਹ ਨਾ ਤਾਂ ਖਰਾਬ ਹੋਏਗਾ ਨਾ ਹੀ ਉਹ ਘਸੇਗਾ। ਇੱਕ ਤਰ੍ਹਾਂ ਦੇ ਨਾਲ ਨੈਚੁਰਲ ਟੀਥ ਜਿਹੜਾ ਤੁਸੀਂ ਉਹ ਮਹਿਸੂਸ ਆਪਣਾ ਕਰ ਪਾਓਗੇ ਔਰ ਖਾਣ ਪੀਣ ਦਾ ਮਜ਼ਾ ਵੀ ਜਿਹੜਾ ਉਹ ਲੈ ਪਾਓਗੇ। ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ 3 ਮਹੀਨੇ ਤਕਰੀਬਨ ਲੱਗਦੇ ਨੇ ਥੋੜ੍ਹਾ ਜਿਹਾ ਨੈਚੁਰਲ ਹੋਣ ਦੇ ਵਿੱਚ। ਹਾਂ, ਉਹ 3 ਮਹੀਨੇ ਲੱਗਦੇ ਆ ਇਹਨੂੰ ਬੋਨ ਨੂੰ ਸੋਲੀਡੀਫਾਈ ਹੋਣ ਨੂੰ, ਔਰ ਜਿਹੜਾ ਇੰਪਲਾਂਟ ਹੈ ਉਹਨੂੰ ਪੱਕਾ ਫਿੱਟ ਹੋਣ ਨੂੰ ਹੱਡੀ ਦੇ ਵਿੱਚ। ਹੱਡੀ ਉਹਦੇ ਆਲੇ ਦੁਆਲੇ ਗਰੋ ਕਰਨ ਦਾ ਟਾਈਮ ਪੀਰੀਅਡ ਜਿਹੜਾ ਹੈ ਉਹ 3 ਮਹੀਨੇ ਅਪਰ ਲਿਮਿਟ ਹੈ ਜੀ। ਅਨਲੈਸ ਅੰਟਿਲ ਕਈ ਪੇਸ਼ੈਂਟ ਹੁੰਦੇ ਜਿਨ੍ਹਾਂ ਦੀ ਐਕਸਟ੍ਰੈਕਸ਼ਨਸ ਹੁੰਦੀਆਂ ਨੇ। ਜਿਹੜਾ ਐਕਸਟ੍ਰੈਕਸ਼ਨ ਵਾਲਾ ਕੇਸ ਆ ਉਹ ਜ਼ਰੂਰ ਅਸੀਂ 4-5 ਮਹੀਨੇ 2 ਮਹੀਨੇ ਐਕਸਟਰਾ ਲੈ ਜਾਂਦੇ ਆ ਤਾਂ ਕਿ ਮਤਲਬ ਕੋਈ ਕਸਰ ਨਾ ਰਵੇ ਵੀ ਜਿੱਥੇ ਫੇਲ ਹੋਣ ਦੇ ਚਾਂਸ ਹੋ ਜੀ। ਸੋ ਹੁਣ ਇਹ ਜਿਹੜਾ ਹੈ ਇੰਪਲਾਂਟ ਜਿਹੜਾ ਉਹ ਇਸ ਨੂੰ ਬੇਕਿੰਗ ਕਹਿੰਦੇ ਆ ਡਾਕਟਰ ਸਾਹਿਬ? ਹਾਂ, ਪੱਕ ਰਿਹਾ। ਇਹ ਸਿੰਟਰਿੰਗ ਪ੍ਰੋਸੈਸ ਜੀ। ਸਿੰਟਰਿੰਗ ਪ੍ਰੋਸੈਸ ਦੇ ਵਿੱਚ ਕੀ ਹੈਗਾ, ਟੈਂਪਰੇਚਰ ਹਾਈ ਜਾ ਕੇ, ਜਿਵੇਂ ਆਪਾਂ ਕਹਿੰਦੇ ਨਾ ਆਪਣੇ ਕੋਲ ਭੱਠੇ ਨੇ, ਸੋ ਭੱਠਿਆਂ ਦੇ ਵਿੱਚ ਇੱਟ ਪੱਕੀ ਹੁੰਦੀ ਆ, ਕੱਚੀ ਇੱਟ ਗਿੱਲੀ ਇੱਟ ਰੱਖੀ ਤੇ ਉਦੋਂ ਮੁੜ ਕੇ ਉਹ ਪੱਕ ਕੇ ਲਾਲ ਹੋ ਕੇ ਬਾਹਰ ਆ ਜਾਂਦੀ। ਇਹ ਉਹੀ ਸਿਸਟਮ ਹੈ ਬੇਸਿਕਲੀ, ਇਹ ਪੱਕ ਰਿਹਾ ਹੈ। ਪੱਕ ਰਿਹਾ। ਸੋ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਕਰਾਊਨ ਤਿਆਰ ਹੋ ਜਾਏਗਾ ਉਹ ਕਿਸ ਤਰੀਕੇ ਦਾ ਲੱਗੇਗਾ ਔਰ ਜਦੋਂ ਇਸ ਨੂੰ ਫਿਕਸ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਬਣੇ ਰਹੋ ਸਾਡੇ ਨਾਲ। ਜਿਹੜਾ ਮੈਂ ਕਿਹਾ ਸੀ ਵੀ 1300 ਡਿਗਰੀ, ਤੁਸੀਂ ਆਹ ਨੋਟ ਕਰੋ, ਦੇਖੋ 1400 ਡਿਗਰੀ ਸੈਂਟੀਗ੍ਰੇਡ ਟੱਪ ਗਿਆ ਹੈ। ਓਕੇ, 1300 ਤੋਂ ਵੀ ਉੱਤੇ ਚਲਾ ਗਿਆ। ਆ 1404 ਹਾਲੇ ਜਾਊਗਾ। ਹਾਂ, ਔਰ ਬਹੁਤ ਜੀ ਟੈਂਪਰੇਚਰ 1400 ਮਤਲਬ ਰਾਖ ਹੋ ਜਾਂਦੀ ਹੈ। ਰਾਖ ਹੋ ਜਾਂਦੀ ਹੈ ਚੀਜ਼। ਸੋ ਇੰਨੇ ਟੈਂਪਰੇਚਰ ਦੇ ਵਿੱਚ ਬਿਲਕੁਲ ਸਹੀ ਗਿਆ ਡਾਕਟਰ ਸਾਹਿਬ ਨੇ, ਰਾਖ ਹੋ ਜਾਂਦੀ ਹੈ। ਔਰ ਇੱਥੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਮਟੀਰੀਅਲ ਕਿੰਨਾ ਸੋਲਿਡ ਹੈ ਕਿ ਉਹਦੇ ਵਿੱਚ ਉਹ ਪੱਕੇਗਾ, ਪੱਕ ਕੇ ਤੇ ਹੋਰ ਮਜ਼ਬੂਤ ਹੋ ਕੇ ਜਿਹੜਾ ਬਾਹਰ ਆਏਗਾ। ਹਾਂਜੀ, ਬਿਲਕੁਲ ਇਹਦਾ। ਔਰ ਇਹੀ ਚੀਜ਼ ਮੈਟਰ ਕਰਦੀ ਹੈ ਕਿ ਜਿਹੜਾ ਇਹ ਮਟੀਰੀਅਲ ਹੈ ਕਦੇ ਇਹ ਤਿੜਕਦਾ ਨਹੀਂ। ਜੇ ਇਹਨੇ ਤਿੜਕਣਾ ਤਾਂ ਇਹਨੇ ਬਾਹਰ ਨਿਕਲਦਿਆਂ ਹੀ ਤਿੜਕ ਜਾਣਾ, ਤੇ ਜੇ ਇੱਕ ਵਾਰੀ ਲੱਗ ਗਿਆ ਉਸ ਤੋਂ ਬਾਅਦ ਫਿਰ ਇਹ ਟੁੱਟਦਾ ਨਹੀਂ ਹੈਗਾ ਜੀ। ਆਉਂਦੇ ਆ ਕਈ 1-2 ਕੇਸਿਸ ਹੈਗੇ ਜਿੱਥੇ ਮਤਲਬ ਬਹੁਤ ਲੰਬੇ ਦੰਦ ਬਣ ਜਾਂਦੇ ਆ, ਉਹਨਾਂ 'ਚ ਕਿਤੇ ਦਿੱਕਤ ਆਉਣ ਦੇ ਚਾਂਸ ਹੁੰਦੇ ਆ, ਬਟ ਜਿਹੜਾ ਨਾਰਮਲ ਟੁੱਥ ਹੈਗਾ ਉਹ ਤਾਂ ਕਿਤੇ ਜਾਂਦਾ ਹੀ ਨਹੀਂ, ਜੋ ਮਰਜ਼ੀ ਕਰੀ ਜਾਓ। ਸੋ ਡਾਕਟਰ ਸਾਹਿਬ, ਇਹ ਸਾਨੂੰ ਇੱਕ ਵਾਰੀ ਇੱਧਰ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਕਿ ਦੇਖੋ ਇਨਸਾਨ ਕਿੱਦਾਂ ਦੀ ਬਣਤਰ ਹੈ ਨਾ, ਉਸ ਅਕਾਲ ਪੁਰਖ ਦਾ ਕਿੱਡਾ ਵੱਡਾ ਕਰਿਸ਼ਮਾ ਹੈ ਕਿ ਅਸੀਂ ਆਹ ਦੇਖ ਕੇ ਹੈਰਾਨ ਹੋਈ ਜਾਂਦੇ ਤੇ ਸਿਰਫ ਇੱਕ ਦੰਦ ਦਾ ਕਰਾਊਨ ਬਣ ਰਿਹਾ ਤੇ ਪੂਰਾ ਇਨਸਾਨ, ਮਤਲਬ ਇਹ ਅਕਾਲ ਪੁਰਖ ਦੀ ਕਿੱਡੀ ਕਾਇਆ ਜਿਹੜੀ ਡਾਕਟਰ ਸਾਹਿਬ ਇਹਦਾ ਮਤਲਬ ਹੈ ਜਿਹੜੇ ਦੰਦ ਸਾਨੂੰ ਪਹਿਲਾਂ ਦਿੱਤੇ ਆ ਅਕਾਲ ਪੁਰਖ ਨੇ, ਹਾਂ, ਉਹ ਵੀ ਇੰਨੇ ਸੋਲਿਡ ਸੀਗੇ। ਸੋਲਿਡ ਉਹ ਕਿਤੇ ਜ਼ਿਆਦਾ ਸੋਲਿਡ ਨੇ। ਹਾਂ ਤਾਂ ਹੀ ਮਤਲਬ ਜਿਹੜੀ ਹੈ ਇਹ ਚੀਜ਼ ਉਹਨਾਂ ਨੇ ਹੁਣ ਰਿਸਰਚ ਜਿਹੜੀ ਹੋਈ ਹੈ ਉਹ ਰਿਸਰਚ ਇਹੀ ਹੋਈ ਆ ਵੀ ਦੰਦ ਦੀ ਤਾਕਤ ਵੇਖੋ ਕਿੰਨੀ ਹੈ ਔਰ ਉਹਦੇ ਹਿਸਾਬ ਦਾ ਮਟੀਰੀਅਲ ਉੱਤੇ ਬਣਾਇਆ ਜਾਵੇ ਤਾਂ ਕਿ ਉਹ ਲੋਡ ਓਨਾ ਲੈ ਸਕੇ। ਸੋ ਡਾਕਟਰ ਸਾਹਿਬ, ਕਰਾਊਨ ਬਣ ਕੇ ਤਿਆਰ ਹੋ ਗਿਆ ਹੈ ਨਾ? ਬਿਲਕੁਲ ਜੀ। ਇਹ ਜਦੋਂ 600 ਡਿਗਰੀ ਆ ਟੈਂਪਰੇਚਰ ਆ ਜਾਊਗਾ ਇੱਥੇ ਉੱਪਰ, ਉਦੋਂ ਇਹਨੂੰ ਅਸੀਂ ਹੀਟ ਚੋਂ ਬਾਹਰ ਕੱਢਾਂਗੇ, ਫਿਰ ਇਹਨੂੰ ਬਾਹਰ 2 ਮਿੰਟ ਵਾਸਤੇ ਰੱਖਾਂਗੇ ਤੇ ਇਹ ਕੂਲ ਡਾਊਨ ਹੋਊਗਾ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਪਾਲਿਸ਼ ਕਰਕੇ ਔਰ ਇਹਨੂੰ ਫਿਕਸ ਕਰ ਦੇਣਾ। ਸੋ ਕਹਿਣ ਦਾ ਭਾਵ ਉੱਥੇ ਇਸ ਟਾਈਮ ਜਿੱਦਾਂ ਜਿਸ ਪੋਜੀਸ਼ਨ 'ਚ ਹੈਗਾ ਉੱਥੇ ਵੀ ਇਸ ਨੂੰ ਹੀਟ ਮਿਲ ਰਹੀ ਹੈ ਫਿਰ ਰਾਈਟ ਨਾਓ? ਮਤਲਬ ਤੁਸੀਂ ਹੱਥ ਨਹੀਂ ਅੱਗੇ ਕਰ ਸਕਦੇ, ਇੰਨੀ ਜ਼ਿਆਦਾ ਹੀਟ ਹੈ ਇਹਦੀ। ਹਾਂ। ਸੋ ਇਹ 600 ਤੋਂ ਉਹ ਵੀ ਜਿਹੜਾ ਹੈਗਾ ਇੰਸਟਰੂਮੈਂਟ ਦੇ ਨਾਲ, ਮਤਲਬ ਇਹ 'ਚ ਕਲੀਅਰ ਕੱਟ ਇੰਸਟਰਕਸ਼ਨ ਨੇ ਵੀ ਤੁਸੀਂ ਹੱਥ 'ਚ ਤਾਂ ਬਿਲਕੁਲ ਹੈ, ਕਿਉਂਕਿ
ਆਪਾਂ ਤਾਂ 100 ਡਿਗਰੀ ਕੀ 50 ਡਿਗਰੀ ਤੇ ਹੀ ਇਹ ਹੱਥ ਸੜਨ ਦਾ ਹੁੰਦਾ। ਬਿਲਕੁਲ। ਇਹ ਤਾਂ ਫਿਰ 700 ਤੇ ਹੈਗਾ। ਸੋ ਹੁਣ ਇੱਕ ਵਾਰੀ ਇਹ ਬਾਹਰ ਆਊਗਾ, ਉਸ ਤੋਂ ਬਾਅਦ ਇਹਨੂੰ ਪਾਲਿਸ਼ ਕਰਾਂਗੇ, ਪਾਲਿਸ਼ ਕਰਕੇ ਫਿਰ ਉਹਨੂੰ ਫਿੱਟ ਕਰਕੇ ਦਿਖਾਵਾਂਗੇ। ਸੋ ਦੋਸਤੋ ਹੁਣ ਕਰਾਊਨ ਤਿਆਰ ਹੋ ਗਿਆ ਔਰ ਹੁਣ ਕਰਾਊਨ ਜਿਹੜਾ ਹੈ ਉਹ ਡਾਕਟਰ ਸਾਹਿਬ ਫਿਕਸ ਕਰਨ ਜਾ ਰਹੇ ਨੇ ਤੇ ਇਹ ਪ੍ਰੋਸੈਸ ਜਿਹੜਾ ਇੱਥੇ ਕੰਪਲੀਟ ਹੋ ਜਾਏਗਾ। ਦਿਸ ਇਜ਼ ਇਹ ਕਰਾਊਨ ਹੁਣ ਆਪਣਾ ਆ ਦੇਖੋ ਖਾਲੀ ਸਪੇਸ ਦੇ ਵਿੱਚ ਫਿੱਟ ਹੋ ਗਿਆ। ਸੋ ਬੰਦ ਕਰੋ ਜੀ। ਤੁਸੀਂ ਮੈਚਿੰਗ ਦੇਖੋ ਇਸ ਕਰਾਊਨ ਦੀ ਦੰਦਾਂ ਦੇ ਨਾਲ ਜੀ ਕਿੰਨੀ ਆ ਰਹੀ ਹੈ। ਸੋ ਕਲਰ ਵੀ ਹੋਰ ਸਾਰਾ ਐਵਰੀਥਿੰਗ ਇਜ਼ ਟੇਕਨ ਕੇਅਰ ਕਿ ਸਾਰਾ ਜਿਹੜਾ 100% ਪਰਫੈਕਟ ਕਰਾਊਨ ਆ ਜੇ। ਐਂਡ ਇਸ ਤੋਂ ਬਾਅਦ ਇੱਕ ਵਾਰੀ ਫਿਕਸ ਹੋ ਗਿਆ ਆ ਦੇਖੋ ਇਹਦੇ 'ਚ। ਸੋ ਫਿਕਸ ਹੋਣ ਤੋਂ ਬਾਅਦ ਜਿਹੜਾ ਓਰੀਜਨਲ ਲੱਗ ਰਿਹਾ। ਹਾਂ ਸੋ ਹੁਣ ਇਹ ਇੱਥੇ ਕੰਪਲੀਟ ਹੋ ਗਿਆ ਇਹ ਪ੍ਰੋਸੈਸ। ਕੰਪਲੀਟ ਹੈ ਤੁਸੀਂ ਜੀ। ਲਿਆਓ ਜੀ GIC ਦਾ। ਸੋ ਬੇਸਿਕਲੀ ਜਿੰਨਾ ਵੀ ਗਲੂ ਹੈਗੀ ਹੁਣ ਗਲੂ ਇਹਦੇ ਲਾਉਣੀ ਹੈ ਤੇ ਫਿਰ ਕਰਾਊਨ ਫਿਕਸ ਹੋ ਜਾਣਾ। ਐਂਡ ਦੈਨ ਜਿੱਦਾਂ ਮਰਜ਼ੀ ਆਪਦਾ ਕਰੀ ਜਾਓ। ਸੋ ਸਰ ਦਾ ਇੰਪਲਾਂਟ ਵਾਲਾ ਪ੍ਰੋਸੈਸ ਸਾਰਾ ਪੂਰਾ ਹੋ ਗਿਆ ਹੈ। ਸੋ ਸਰ ਕਿਵੇਂ ਮਹਿਸੂਸ ਕਰ ਰਹੇ ਹੋ? ਬਿਲਕੁਲ ਨਾਰਮਲ। ਪਤਾ ਨਹੀਂ ਲੱਗਿਆ ਵੀ ਹਾਂਜੀ ਆ ਸਾਰਾ ਕੁਝ ਕੀਤਾ ਆ। ਜਿੱਦਾਂ ਅੰਦਰ ਡਰਿਲ ਕੀਤਾ ਜੀ। ਤੇ ਉਹ ਇੰਪਲਾਂਟ ਲਾਇਆ ਤੇ ਉੱਪਰ ਟੀਥ ਜਿਹੜਾ ਤੁਸੀਂ ਦੇਖ ਹੀ ਲਿਆ ਸਾਰਾ ਪ੍ਰੋਸੀਜਰ, ਮੈਂ ਖੁਦ ਦੇਖਿਆ ਆਪਣੇ ਅੱਖੀਂ। ਸੋ 45 ਮਿੰਟਸ ਦੇ ਵਿੱਚ ਐਵਰੀਥਿੰਗ ਕੰਪਲੀਟ ਤੇ ਕੋਈ ਦੰਦ ਪੂਰੇ ਬੰਦ ਹੁੰਦੇ ਆ, ਸਹੀ ਹੈ, ਨੋ ਪ੍ਰੋਬਲਮ ਐਟ ਆਲ। ਨਾ ਕੋਈ ਦਰਦ ਹੈ ਨਾ ਕੋਈ ਹੋਰ ਚੀਜ਼ ਹੈ, ਫੁੱਲੀ ਕੰਫਰਟੇਬਲ। ਇਹ ਤਾਂ ਬਿਲਕੁਲ ਉਸ ਤਰ੍ਹਾਂ ਹੋ ਗਿਆ ਨਾ ਜਿਵੇਂ ਅਸੀਂ ਇੱਕ ਸਪੈਕਸ ਬਣਵਾਉਣ ਜਾਂਦੇ ਆ, ਫਰੇਮ ਪਸੰਦ ਕਰਦੇ ਆ, ਸ਼ੀਸ਼ਾ ਸੈੱਟ ਕਰਕੇ ਪਾ ਕੇ ਉਹਦੇ ਵਿੱਚ ਦੇ ਦਿੰਦੇ ਆ, ਸਾਨੂੰ ਪਤਾ ਵੀ ਨਹੀਂ ਲੱਗਦਾ। ਸੋ ਇਹ ਉਸੇ ਤਰੀਕੇ ਨਾਲ ਹੋਇਆ, ਬਿਲਕੁਲ ਸਿੰਪਲ ਕਿ ਹਾਂ ਕਰਾਊਨ ਤਿਆਰ ਹੋਇਆ, ਟੀਥ ਦਾ ਤੇ ਉਹ ਲੱਗ ਗਿਆ। ਬਿਲਕੁਲ ਐਬਸੋਲੂਟਲੀ ਮੇਰੇ ਹਿਸਾਬ ਨਾਲ ਉਦੋਂ ਵੀ ਵਧੀਆ ਤਰੀਕੇ ਨਾਲ ਹੋਇਆ। ਹਾਂ, ਕਿਉਂਕਿ ਉਹ ਤਾਂ ਫਿਰ ਵੀ ਇੱਕ ਅਲੱਗ ਚੀਜ਼ ਹੈਗੀ ਹੈ। ਇਹ ਤੁਹਾਡੇ ਆਪਦੇ ਮਤਲਬ ਕਹਿਣ ਦਾ ਮਤਲਬ ਹੈ ਵੀ ਉਹ ਅਲੱਗ ਹੈ ਤੇ ਇਹ ਨਾਲ ਜੁੜਿਆ ਹੋਣ ਦੇ ਨਾਲ ਵੀ ਇੰਨਾ ਸਿੰਪਲ ਹੈ। ਹਾਂ, ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਇਹ ਬਹੁਤ ਸਿੰਪਲ ਆ। ਸੋ ਆਈ ਐਮ ਵੈਰੀ ਮਚ ਸੈਟਿਸਫਾਈਡ ਜੀ। ਥੈਂਕ ਯੂ ਸੋ ਮਚ ਸਾਡੇ ਨਾਲ। ਥੈਂਕ ਯੂ ਬਾਈ। ਸੋ ਦਰਸ਼ਕੋ, ਜਿਵੇਂ ਕਿ ਤੁਸੀਂ ਦੇਖਿਆ ਸਾਰਾ ਜਿਹੜਾ ਪ੍ਰੋਸੈਸ ਸੀਗਾ ਸਰਜਰੀ ਦਾ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਅਸੀਂ ਤੁਹਾਨੂੰ ਦਿਖਾਇਆ ਇੱਥੇ, ਔਰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਔਰ ਇੱਕ ਬਹੁਤ ਵਧੀਆ ਕੁਆਲਿਟੀ ਦਾ ਇੰਪਲਾਂਟ ਜਿਹੜਾ ਹੈ ਉਹ ਲਗਾਇਆ ਗਿਆ। ਔਰ ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦਾ ਫੀਡਬੈਕ ਵੀ ਤੁਹਾਨੂੰ ਸੁਣਨ ਨੂੰ ਮਿਲਿਆ। ਸੋ ਡਾਕਟਰ ਸਾਹਿਬ ਇਹ ਬਿਲਕੁਲ ਸਰਪ੍ਰਾਈਜ਼ਿੰਗ ਸੀਗਾ ਔਰ ਬਹੁਤ ਵਧੀਆ, ਲਾਈਕ ਹੈਰਾਨ ਕਰਨ ਵਾਲਾ ਸੀ ਕਿ ਕਿਸ ਤਰੀਕੇ ਦੇ ਨਾਲ ਇੰਨਾ ਸਿੰਪਲ ਪ੍ਰੋਸੈਸ ਹੋਇਆ। ਔਰ ਮੈਂ ਤੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿ ਰਹੇ ਸੀ ਵੀ ਬਿਲਕੁਲ ਵੀ ਪਤਾ ਨਹੀਂ ਲੱਗਿਆ, ਜਿਵੇਂ ਇੱਕ ਅਸੀਂ ਐਨਕ ਬਣਵਾਉਣ ਜਾਂਦੇ ਆ, ਉਹ ਸਾਡੇ ਨਾਲ ਜੁੜੀ ਵੀ ਨਹੀਂ ਹੁੰਦੀ ਤੇ ਉਹ ਸਿੰਪਲੀ ਤਿਆਰ ਹੋ ਜਾਂਦੀ। ਕਹਿੰਦੇ ਤਾਂ ਜੁੜਿਆ ਹੋਇਆ ਸੀ ਸਰੀਰ ਨਾਲ ਤਾਂ ਵੀ ਨਹੀਂ ਪਤਾ ਲੱਗਿਆ। ਬਿਲਕੁਲ ਜੀ, ਇਹੀ ਚੀਜ਼ ਹੈਗੀ ਹੈ ਕਿ ਤੁਸੀਂ ਟੈਕਨੀਕ ਨੂੰ ਟੈਕਨੋਲੋਜੀ ਦੇ ਨਾਲ ਤੇ ਆਪਣਾ ਐਕਸਪੀਰੀਅੰਸ, ਇਹ ਤਿੰਨ ਚੀਜ਼ਾਂ ਨੂੰ ਮਿਕਸ ਕਰਕੇ ਜੋ ਕੰਮ ਕਰਦੇ ਹੈਗੇ ਹੋ, ਉਹ ਪੇਸ਼ੈਂਟ ਨੂੰ ਇੱਕ ਤਰ੍ਹਾਂ ਦੀ ਬੈਸਟ ਜਿਹੜੀ ਸਰਵਿਸ ਹੈ ਉਹ ਮਿਲ ਜਾਂਦੀ ਹੈ ਔਰ ਪੇਸ਼ੈਂਟ ਕੰਫਰਟੇਬਲ ਰਹਿੰਦਾ। ਔਰ ਕੰਫਰਟ ਤੋਂ ਬਾਅਦ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਪੇਸ਼ੈਂਟ ਨੇ ਆਪਣੀ ਲੌਂਗ ਲਾਈਫ ਇੱਕ ਪਰਮਾਨੈਂਟ ਟੁੱਥ ਲਗਵਾਇਆ ਔਰ ਉਹ ਪਰਮਾਨੈਂਟ ਟੁੱਥ ਲਗਵਾ ਕੇ ਉਹਦਾ ਕਿੰਨਾ ਉਸ ਪੇਸ਼ੈਂਟ ਨੇ ਲਾਹਾ ਲੈਣਾ ਹੈ ਔਰ ਇੰਜੋਏ ਕਰਨਾ ਫੂਡ, ਜਿਹੜਾ ਚੂਇੰਗ ਹੈਗੀ ਆ, ਹੋਰ ਸਾਰਾ ਜਿਹੜੀ ਚੀਜ਼ਾਂ ਹੈਗੀਆਂ ਨਾ, ਫੰਕਸ਼ਨੈਲਿਟੀ ਹੈ, ਇਹ ਚੀਜ਼ਾਂ ਮੈਟਰ ਕਰਦੀਆਂ ਨੇ ਸਾਡੇ ਵਾਸਤੇ। ਔਰ ਮੈਂ ਸਾਰੇ ਭੈਣ ਭਰਾ ਜਿਹੜੇ ਸਾਡੇ ਇਹ ਦਰਸ਼ਕ ਦੇਖ ਰਹੇ ਆ ਪ੍ਰੋਗਰਾਮ ਨੂੰ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਮੈਂ ਹੁਣ ਤੱਕ ਇਹ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ, ਪਿੱਛੇ ਵੀ ਲਾਈਵ ਸ਼ੋਅ ਕਈ ਕੀਤੇ ਆ, ਉਹ ਅਸੀਂ ਗੱਲਾਂ ਕਰਦੇ ਹਾਂ। ਸੋ ਮੈਂ ਹਰ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਕੁਛ ਨਾ ਕੁਛ ਨਵਾਂ ਲਿਆ ਕੇ ਜੋ ਪੇਸ਼ੈਂਟ ਸਾਨੂੰ ਫੀਡਬੈਕ ਦਿੰਦੇ ਆ, ਮੈਂ ਤੁਹਾਡੇ ਮੂਹਰੇ ਨਵਾਂ ਪੇਸ਼ ਕਰਦਾ। ਔਰ ਇਹ ਬਹੁਤ ਵੱਡਾ ਮੈਨੂੰ ਆਸਰਾ ਹੈ, ਸਪੋਰਟ ਹੈ ਹਮਦਰਦ ਮੀਡੀਆ ਗਰੁੱਪ ਦਾ ਕਿ ਮਤਲਬ ਤੁਹਾਡੇ ਸਾਰਿਆਂ ਤੱਕ ਇਹ ਚੀਜ਼ ਪਹੁੰਚ ਰਹੀ ਹੈ। ਔਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹੀ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਜੋ ਬੰਦੇ ਨੇ ਕਹਿੰਦੇ ਸੀਇੰਗ ਇਜ਼ ਬਿਲੀਵਿੰਗ, ਇਹ ਕਹਾਵਤ ਹੈ ਕਿ ਜੋ ਦੇਖਿਆ ਅੱਖਾਂ ਨਾਲ ਤੇ ਸੁਣਿਆ ਨਾਲ ਉਹਦੇ ਤੇ ਵਿਸ਼ਵਾਸ ਹੋਣਾ। ਪਹਿਲਾਂ ਅਸੀਂ ਹੁਣ ਤੱਕ ਤੁਸੀਂ ਸੁਣਦੇ ਆਏ ਆ, ਅੱਜ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਦੇ ਵੱਲੋਂ ਜੋ ਵੀ ਵਧੀਆ ਚੀਜ਼ ਅਸੀਂ ਮੂਵੀ ਰਾਹੀਂ ਕਹਿ ਲਓ, ਰਿਕਾਰਡਿੰਗ ਰਾਹੀਂ ਕੀਤੀ ਹੈਗੀ ਆ। ਔਰ ਉਸ ਚੀਜ਼ ਨਾਲ ਲੈ ਕੇ ਮੇਰਾ ਖਿਆਲ ਮੈਂ ਤੁਹਾਡੇ ਕਾਫੀ
ਦਿਮਾਗ ਦੇ ਵਿੱਚ ਜਿੰਨੇ ਸ਼ੱਕ ਹੈ, ਕੋਈ ਹੋਰ ਚੀਜ਼ ਆ, ਕੋਈ ਡਾਊਟ ਹੈਗੇ ਆ, ਉਹ ਤੁਹਾਡੇ ਕਲੀਅਰ ਕੀਤੇ ਹੈਗੇ ਆ। ਬਾਕੀ ਹਮੇਸ਼ਾ ਹਾਜ਼ਰ ਹਾਂ ਤੁਹਾਡੇ ਵਾਸਤੇ ਕਿ ਤੁਹਾਡੀ ਸੇਵਾ ਦੇ ਵਿੱਚ, ਔਰ ਤੁਸੀਂ ਆ ਕੇ ਬੈਸਟ ਕੁਆਲਿਟੀ ਦਾ ਇੰਪਲਾਂਟ ਚਾਹੇ ਟ੍ਰੀਟਮੈਂਟ ਹੈ, ਰਣਬਾਜ ਹਸਪੀਟਲ ਆਪਣੀ ਕੁਆਲਿਟੀ 'ਤੇ ਖੜਾ ਹੈ ਔਰ ਕੁਆਲਿਟੀ ਅਸੀਂ ਮੇਨਟੇਨ ਕਰਕੇ ਰੱਖੀ ਹੈ। ਔਰ ਮੈਂ ਜੀ ਡਾਕਟਰ ਸਾਹਿਬ, ਇੱਕ ਦੋ ਚੀਜ਼ਾਂ ਮੈਂ ਜਿਹੜੀਆਂ ਪੁੱਛਣਾ ਚਾਹੁੰਦਾ, ਜਿਵੇਂ ਕਿ ਪਹਿਲੀ ਗੱਲ ਤਾਂ ਇਹ, ਕਿਸੇ ਨੇ ਆਪਣਾ ਅਪਾਇੰਟਮੈਂਟ ਫਿਕਸ ਕਰਵਾਉਣਾ ਹੋਵੇ ਉਹਦਾ ਪ੍ਰੋਸੈਸ ਕੀ ਹੈਗਾ? ਵੈਸੇ ਤਾਂ ਡਾਕਟਰ ਸਾਹਿਬ ਦੇ ਨੰਬਰ ਜਿਹੜੇ ਨੇ ਤੁਹਾਡੇ, ਉਹ ਨੰਬਰ ਜਿਹੜੇ ਸਕਰੀਨ ਦੇ ਉੱਤੇ ਵੀ ਫਲੈਸ਼ ਹੋ ਰਹੇ ਨੇ, ਉਹ ਤੁਸੀਂ ਨੋਟ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿਓ, ਤੇ ਕੋਸਟ ਇਫੈਕਟਿਵ ਕਿੰਨਾ ਪੈਂਦਾ, ਕਿਉਂਕਿ ਅਸੀਂ ਗੱਲ ਦੇਖੀਏ ਕਿ ਡੈਂਟਲ ਸਰਵਿਸਿਜ਼ ਜਿਹੜੀਆਂ ਬਾਹਰ ਚਾਹੇ US ਹੈਗਾ, ਕੈਨੇਡਾ ਹੈ, ਆਸਟ੍ਰੇਲੀਆ ਹੈ, ਉੱਧਰ ਬਹੁਤ ਮਹਿੰਗੀਆਂ ਹੁੰਦੀਆਂ ਨੇ। ਸੋ ਕਿੰਨਾ ਫਰਕ ਪੈ ਜਾਂਦਾ ਕਿ ਜਦੋਂ ਤੁਹਾਡੇ ਕੋਲ ਇੱਥੇ ਆ ਕੇ ਕਰਵਾਉਂਦੇ? ਦੇਖੋ, ਜਿਹੜਾ ਇੰਪਲਾਂਟ ਦਾ ਸਿਸਟਮ ਮੈਂ ਯੂਜ਼ ਕਰਦਾ, ਵਰਲਡ ਦਾ ਨੰਬਰ 1 ਇੰਪਲਾਂਟ ਸਿਸਟਮ ਹੈ, ਠੀਕ ਹੈ ਜੀ। ਉਹ ਕਾਰਨ ਕੀ ਹੈ ਕਿ ਉਹੀ ਸੇਮ ਸਿਸਟਮ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਯੂਜ਼ ਹੁੰਦਾ, ਆਸਟ੍ਰੇਲੀਆ 'ਚ ਵੀ ਯੂਜ਼ ਹੋ ਰਿਹਾ, ਔਰ ਮੈਕਸਿਮਮ ਜਿਹੜਾ ਨਾਰਥ ਆਪਣਾ ਅਮਰੀਕਾ ਹੈ, ਜਿਹੜਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਯੂਜ਼ ਹੁੰਦਾ ਹੈ। ਇਹ ਕੋਈ ਵੀ ਡੈਂਟਿਸਟ ਜਿੰਨੇ ਵੀ ਮੇਰੇ ਬੈਚਮੇਟ ਬੈਠੇ ਨੇ, ਉਹ ਹਮੇਸ਼ਾ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਿੰਨੇ ਦਾ ਇੰਪਲਾਂਟ ਕਰ ਰਹੇ ਹੋ। ਇਹ ਸਿੰਗਲ ਇੰਪਲਾਂਟ $6000 ਤੋਂ ਘੱਟ ਪੈਂਦਾ ਨਹੀਂ ਜੀ, ਠੀਕ ਹੈ ਜੀ। ਹੁਣ $6000 ਦਾ ਇੰਪਲਾਂਟ ਪੈ ਗਿਆ ਤੇ ਇੰਡੀਆ ਦੇ ਵਿੱਚ ਤੁਸੀਂ 5 ਗੁਣਾ ਮਾਈਨਸ ਕਰ ਲਓ, ਉਹਨੇ ਦਾ ਇੱਥੇ ਇੰਡੀਆ ਦੇ ਵਿੱਚ ਪੈ ਜਾਂਦਾ। ਸੋ ਉਹਦਾ ਕਾਰਨ ਇਹ ਹੈ ਕਿ ਏਸ਼ੀਆ ਦੇ ਵਿੱਚ, ਏਸ਼ੀਅਨ ਮਾਰਕੀਟ ਦੇ ਵਿੱਚ ਰੇਟਸ ਡਿਫਰੈਂਟ ਹੈਗੇ ਆ, ਕਿਉਂਕਿ ਹਰ ਕੰਪਨੀ ਨੇ ਆਪਣਾ ਦੇਖਣਾ ਵੀ ਕਿਸ ਦੇਸ਼ ਦੇ ਵਿੱਚ, ਜੇ ਕੈਨੇਡਾ ਉਹਦੇ 'ਚ ਕੈਨੇਡੀਅਨ ਡਾਲਰਸ ਦੇ ਵਿੱਚ ਕਨਵਰਜਨ ਹੋਣੀ ਹੈ, ਔਰ ਉਹਨਾਂ ਨੇ ਆਪਣਾ ਖਰਚੇ ਪਾਣੀ, ਇੰਪੋਰਟ ਡਿਊਟੀ ਆ, ਸਾਰਾ ਕੁਝ ਉਹਦੇ 'ਚ ਉਸ ਹਿਸਾਬ ਨਾਲ ਐਡ ਕਰਨਾ। ਇੰਡੀਆ ਦੇ ਵਿੱਚ ਆਪਣਾ ਹੋਰ ਹਿਸਾਬ ਨਾਲ ਐਡ ਕਰਨਾ। ਸੋ ਰੇਟ ਦਾ ਡਿਫਰੈਂਸ ਜ਼ਰੂਰ ਰਹਿੰਦਾ ਹੈਗਾ, ਬਟ ਐਟ ਦੀ ਐਂਡ ਆਫ ਦਾ ਡੇ ਕਿ ਤੁਹਾਨੂੰ ਕੀ ਉਹੀ ਸੇਮ ਚੀਜ਼, ਉਹਦੇ ਰਿਜ਼ਲਟ ਉਹੀ ਸੇਮ ਮਿਲ ਰਿਹਾ, ਜਿੱਥੇ ਕਿ ਤੁਹਾਨੂੰ 5 ਗੁਣਾ ਸਸਤਾ ਮਿਲ ਰਿਹਾ। ਸੋ ਜੇ ਉਹ ਚੀਜ਼ ਅਵੇਲੇਬਲ ਹੈਗੀ ਆ, ਤੁਸੀਂ ਜੀ ਆਇਆਂ ਨੂੰ ਸਾਡੇ ਕੋਲੇ ਆਓ ਔਰ ਸਾਡੇ ਕੋਲ ਸਾਨੂੰ ਸੇਵਾ ਦਾ ਮੌਕਾ ਦਿਓ। ਔਰ ਇੱਥੇ ਆਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ। ਏਅਰਪੋਰਟ ਰੋਡ ਦੇ ਉੱਤੇ ਹੀ ਮੋਹਾਲੀ ਦੇ ਵਿੱਚ ਜਿਹੜਾ ਰਣਬਾਜ ਹਸਪੀਟਲ ਬਣਿਆ ਹੋਇਆ, ਜਦੋਂ ਤੁਸੀਂ ਏਅਰਪੋਰਟ ਤੋਂ ਨਿਕਲਦੇ ਹੋ ਤਾਂ ਦੂਰੋਂ ਹੀ ਹਸਪੀਟਲ ਦੀ ਬਿਲਡਿੰਗ ਜਿਹੜੀ ਆ ਉਹ ਨਜ਼ਰ ਆ ਜਾਂਦੀ ਹੈ। ਸੋ ਬੜੇ ਆਸਾਨੀ ਦੇ ਨਾਲ ਤੁਸੀਂ ਇੱਥੇ ਪਹੁੰਚ ਜਾਓਗੇ। ਔਰ ਜਿਹੜਾ ਡਾਕਟਰ ਸਾਹਿਬ ਦੇ ਕੋਲ ਇੱਥੇ ਆ ਕੇ ਬਹੁਤ ਵਧੀਆ ਕੈਫੇਟੇਰੀਆ ਜਿਹੜਾ ਬਣਾਇਆ ਗਿਆ ਸਪੈਸ਼ਲੀ, ਉੱਥੇ ਬਹੁਤ ਅੱਛੀ ਕੌਫੀ ਦਾ ਇੰਤਜ਼ਾਮ ਹੈਗਾ, ਉਹ ਤੁਸੀਂ ਇੰਜੋਏ ਕਰ ਸਕਦੇ ਹੋ। ਔਰ ਟਾਈਮ ਬਿਲਕੁਲ ਨਹੀਂ ਲੱਗਦਾ, ਮਤਲਬ ਟਾਈਮ ਵੇਸਟੇਜ ਕੁਛ ਨਹੀਂ ਹੈ। ਔਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਡਾਕਟਰ ਸਾਹਿਬ ਇਹ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਡਾਕਟਰ ਦੇ ਨਾਲ ਗੱਲ ਕਰਦੇ ਨਾ, ਅਗਰ ਉਹਨਾਂ ਵੱਲੋਂ ਸਾਨੂੰ ਇੱਕ ਕੰਫਰਟ ਮਿਲ ਜਾਂਦਾ, ਆਪਣਾਪਣ ਮਿਲ ਜਾਂਦਾ ਹੈ, ਤਾਂ ਅੱਧਾ ਬੰਦਾ ਠੀਕ ਹੋ ਜਾਂਦਾ ਹੈ। ਅਤੇ ਉਹ ਮੈਨੂੰ ਲੱਗਦਾ ਕਿ ਇੱਥੇ ਬਹੁਤ ਵੱਡਾ ਇੱਕ ਪਲੱਸ ਪੁਆਇੰਟ ਹੈ ਕਿ ਇੱਥੇ ਆ ਕੇ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਹਸਪੀਟਲ ਦੇ ਵਿੱਚ ਹੋ ਜਾਂ ਕਿਸੇ ਡਾਕਟਰ ਦੇ ਨਾਲ ਗੱਲ ਕਰ ਰਹੇ ਹੋ। ਦੇਖੋ, ਹੁਣ ਤੁਸੀਂ ਬਾਹਰ, ਆਪਾਂ ਬਾਹਰ ਚੱਲਾਂਗੇ, ਤੁਸੀਂ ਆਪ ਹੀ ਦੇਖਿਓ ਵੀ ਮੈਂ ਕਿੰਨਾ ਕੁ ਰਸ਼ ਕ੍ਰੀਏਟ ਹੋਇਆ। ਮੈਨੂੰ ਕੋਈ ਸ਼ੌਕ ਨਹੀਂ ਹੈ, ਮੇਰੇ ਵਾਸਤੇ ਇੱਕ ਮਰੀਜ਼ ਜਿਹੜਾ ਹੈਗਾ ਉਹ ਹਜ਼ਾਰਾਂ ਦੇ ਬਰਾਬਰ ਹੈ, ਕਿਉਂਕਿ ਜੇ ਮੈਂ ਉਸ ਮਰੀਜ਼ ਨੂੰ ਸੈਟਿਸਫਾਈ ਕਰਤਾ, ਮੈਂ ਆਪਣਾ ਸਾਰਾ ਜਿਹੜਾ ਹੈਗਾ ਧਿਆਨ, ਫੋਕਸ ਜਿਹੜਾ ਹੈਗਾ ਕੰਮ ਕਰਨ ਦਾ ਉਸ ਮਰੀਜ਼ ਨੂੰ ਦੇਤਾ, ਉਹਦਾ ਸਕਸੈਸ ਰੇਟ ਆਟੋਮੈਟਿਕਲੀ ਵਧੇਗਾ। ਜੇ ਮੇਰੇ ਕੋਲੇ 10 ਮਰੀਜ਼ ਬਾਹਰ ਬੈਠੇ ਹੋਣਗੇ, ਮੇਰੇ ਦਿਮਾਗ 'ਤੇ ਬੋਝ ਹੋਊਗਾ ਕਿ ਉਹ 10 ਬਾਹਰ ਬੈਠੇ ਹੁੰਦਾ ਆਹ ਕੰਮ ਕਰਨਾ, ਸੋ ਮੇਰਾ ਧਿਆਨ ਆਟੋਮੈਟਿਕਲੀ ਉਹਨਾਂ ਮਰੀਜ਼ਾਂ 'ਚ ਵੀ ਜਾਊਗਾ। ਅੱਧਾ ਵੰਡਿਆ ਗਿਆ ਇਸ ਮਰੀਜ਼ 'ਚ, ਅੱਧਾ ਉਹਨਾਂ 'ਚ ਵੰਡਿਆ ਗਿਆ। ਸੋ ਸਾਡੇ ਕੋਲੇ ਮੈਂ 2-3 ਪੇਸ਼ੈਂਟ ਰੋਜ਼ ਦੇ ਕਰਨੇ, ਕਿਉਂਕਿ ਇੰਪਲਾਂਟ ਦੇ ਕੇਸਿਸ ਹੀ ਮੇਰੇ ਕੋਲੇ ਮੈਕਸਿਮਮ ਆਉਂਦੇ ਆ ਔਰ ਕੋਈ ਮੇਲਾ ਨਹੀਂ ਲੱਗਦਾ। ਇਸੇ ਕਰਕੇ ਰੀਜ਼ਨ ਹੈ ਕਿ ਸਫਾਈ ਰਵੇ, ਹਾਈਜੀਨ ਰਵੇ, ਔਰ ਸਭ ਤੋਂ ਵੱਡੀ ਗੱਲ ਹੈ ਸਟਰਲਾਈਜੇਸ਼ਨ ਰਵੇ। ਔਰ ਮਰੀਜ਼ ਨੂੰ ਜਿਹੜਾ ਹੈਗਾ ਉਹ ਕੋਈ ਹਸਪੀਟਲ ਦੇ ਵਿੱਚੋਂ ਆਮ ਤੁਸੀਂ ਦੇਖਦੇ ਹੋ ਕਿ ਮਰੀਜ਼ ਬਿਮਾਰੀਆਂ ਜਾਂ ਫਲੂ ਜਾਂ ਕੁਛ ਜਾਂ ਚੱਕ ਲੈਂਦੇ ਹੈਗੇ ਆ, ਉਹ ਟਰਾਂਸਫਰ ਹੁੰਦੀ ਆ। ਬਟ ਸਾਡੇ ਕੋਲ ਜੇ ਪੇਸ਼ੈਂਟ ਹੀ ਇੰਨੇ ਕੁ ਲਿਮਿਟਡ ਰੱਖੇ ਆ ਕਿ ਇੱਕ ਪੇਸ਼ੈਂਟ ਦਾ ਦੂਜੇ ਪੇਸ਼ੈਂਟ ਦੇ ਵਿੱਚ ਗੈਪ ਪੂਰਾ ਮਿਲਦਾ ਹੈਗਾ, ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਔਰ ਉਸੇ ਨੂੰ ਅਸੀਂ ਮੇਨਟੇਨ ਕਰ ਰਹੇ ਹੈਗੇ ਆ। ਸੋ ਦੋਸਤੋ, ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਨੂੰ ਇੱਕ ਹੋਰ ਖਾਸ ਚੀਜ਼ ਜਿਹੜੀ ਆ ਦਿਖਾਉਣ ਲੱਗੇ ਆ। ਸੋ ਡਾਕਟਰ ਸਾਹਿਬ ਸਿਰਫ ਡੈਂਟਲ ਨਹੀਂ ਹੈਗੇ, ਉਹ ਨਾਲ ਇੱਕ ਸ਼ੌਂਕ ਵੀ ਰੱਖਦੇ ਨੇ ਔਰ ਜ਼ਿੰਦਗੀ ਜੀਣ ਦਾ ਸ਼ੌਂਕ ਹੈ ਸਰ ਇਹ। ਸੋ ਆਪਣੇ ਇਸ ਸ਼ੌਂਕ ਬਾਰੇ ਜ਼ਰੂਰ ਦੱਸਿਓ ਸਾਡੇ ਦਰਸ਼ਕਾਂ ਨੂੰ। ਇਸ ਤਰ੍ਹਾਂ ਜੀ ਕਿ ਮਤਲਬ ਜਿਹੜੇ ਸਰਜਨ ਹੁੰਦੇ ਆ ਨਾ, ਇਹਨਾਂ 'ਤੇ ਕੰਮ ਕਰਦਿਆਂ ਪ੍ਰੈਸ਼ਰ ਬੜਾ ਹੁੰਦਾ। ਆਪਾਂ ਕਹਿ ਦਿੰਦੇ ਆ ਵੀ ਇੰਪਲਾਂਟ ਲਾਉਣੇ ਆ, ਸਾਰਾ ਕੁਝ ਕਰਨਾ ਹੈਗਾ, ਬਟ ਅਲਟੀਮੇਟਲੀ ਕੀ ਹੈ ਕਿ ਪੇਸ਼ੈਂਟ 'ਤੇ ਹੁੰਦਾ, ਉਹ ਜਾਨ ਹੈ ਤੁਹਾਡੇ ਹੱਥਾਂ 'ਚ। ਔਰ ਜਦੋਂ ਤੁਸੀਂ ਇੰਨੇ ਪੇਸ਼ੈਂਟਸ ਕਰਦੇ ਹੈਗੇ ਹੋ, ਤੁਹਾਡੇ ਆਪਦੇ ਸਰੀਰ ਦੇ ਉੱਤੇ ਵੀ ਅਸਰ ਇਹਨਾਂ ਚੀਜ਼ਾਂ ਦਾ ਆਉਂਦਾ ਹੈਗਾ। ਹੁੰਦਾ ਕੀ ਹੈ ਕਿ ਮਤਲਬ
ਤੁਸੀਂ ਅਸੀਂ ਜਿੰਨੇ ਵੀ ਮੈਂ ਆਪਣੇ ਡੈਂਟਿਸਟ ਭੈਣ ਭਰਾ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਾਂ ਤਾਂ ਵਰਕਆਊਟ ਕਰੋ, ਆਪਣੇ ਆਪ ਨੂੰ ਫਿੱਟ ਰੱਖੋ। ਜੇ ਤੁਸੀਂ ਮਤਲਬ ਲੌਂਗਰ ਸਾਈਡ ਦੇ ਉੱਤੇ ਪਰ ਲੰਬੇ ਸਮੇਂ ਲਈ ਤੁਸੀਂ ਕੰਮ ਕਰਨਾ ਹੈਗਾ। ਸੋ ਮੇਰੇ ਕੀ ਹੈਗਾ ਕਿ ਜਦੋਂ ਕੋਵਿਡ ਟਾਈਮ ਹੋਇਆ ਤਾਂ ਕੋਵਿਡ ਦੇ ਵੇਲੇ ਬੜੀ ਦੁਨੀਆ ਨੇ ਨਵੀਂ ਚੀਜ਼ਾਂ ਅਪਣਾਈਆਂ ਜੀ। ਤੇ ਇਹ ਫਿਰ ਕੋਵਿਡ ਤੋਂ ਜਦੋਂ ਖਤਮ ਹੋਣਾ ਸੀਗਾ ਤੇ ਮੇਰੇ ਮਾਈਂਡ 'ਚ ਆਇਆ, ਮੈਂ ਕਿਹਾ ਵੀ ਯਾਰ ਮੈਨੂੰ ਪਤਾ ਲੱਗਿਆ ਵੀ ਹਾਰਲੇ ਡੇਵਿਡਸਨ ਵੀ ਕੰਪਨੀ ਆ, ਸੁਣਦੇ ਤਾਂ ਹੁੰਦੇ ਸੀਗੇ ਬਟ ਇਹ ਵੀ ਇੱਧਰ ਧਿਆਨ ਨਹੀਂ ਆਇਆ। ਫਿਰ ਅਲਟੀਮੇਟਲੀ ਕੀ ਆ ਕਿ ਜਾ ਕੇ ਬਾਈਕ ਚੱਕਿਆ ਤੇ ਵੇਖਿਆ ਵੀ ਇਹਨੂੰ ਟਰਾਈ ਕਰੀਏ ਕਰਨਾ। ਉਹ ਟਰਾਈ ਕੀਏ ਮਤਲਬ ਇੰਨਾ ਕੁ ਮਤਲਬ ਸਵਾਦ ਇਹਦਾ ਹੈਗਾ ਕਿ ਬੰਦੇ ਦੀ ਮਤਲਬ ਸੋਚ ਨਹੀਂ ਸਕਦਾ ਕਿ ਮੈਂ ਕਿਸ ਲੈਵਲ 'ਤੇ ਆਪਣੇ ਆਪ ਨੂੰ ਜਿਹੜਾ ਮਾਈਂਡ ਆ ਉਹਦਾ ਰਿਲੀਫ ਮਿਲਦਾ। ਕਿਉਂਕਿ ਜਦੋਂ ਤੁਸੀਂ ਰਾਈਡਿੰਗ ਕਰਦੇ ਹੈਗੇ ਹੋ ਤੁਸੀਂ ਦੁਨੀਆ ਤੋਂ ਡਿਸਕਨੈਕਟ ਹੋ ਜਾਣੇ ਆ, ਕਿਉਂਕਿ ਤੁਹਾਡਾ ਧਿਆਨ ਸੜਕ 'ਤੇ ਹੈ। ਤੁਸੀਂ ਉਹਦੇ ਕਦੇ ਕਿ ਵੀ ਇੱਧਰੋਂ ਖੱਬੇ ਪਾਸਿਓਂ ਕੋਈ ਨਹੀਂ ਆ ਜਾਂਦਾ, ਸੱਜਿਓਂ ਨਹੀਂ ਆ ਜਾਂਦਾ। ਸੋ ਅਲਟੀਮੇਟਲੀ ਕੀ ਹੈਗਾ ਕਿ ਤੁਹਾਡਾ ਮਾਈਂਡ ਡੀ-ਸਟ੍ਰੈਸ ਹੋ ਗਿਆ। ਹੁਣ ਜਿੰਨੀਆਂ ਮੈਂ ਸਰਜਰੀਜ਼ ਕਰਦਾ, ਮੈਂ 20 ਦਿਨ ਕੰਮ ਕਰਦੇ ਆ ਤੇ 8 ਦਿਨ ਵਿੱਚੋਂ ਮੈਂ ਰਾਈਡਿੰਗ ਕਰਦਾ ਜੀ। ਸੋ ਉਹ ਮੈਂ ਇਹਨੂੰ ਸਮਝਦਾ ਕਿ ਮੇਰੇ ਹੈਲਥ ਵਾਸਤੇ ਇਟ ਹੈਜ਼ ਟਰਨਡ ਆਊਟ ਟੂ ਬੀ ਅ ਬੂਨ ਫॉर ਮੀ। ਔਰ ਇਹ ਬਾਕੀ ਦੇ ਦਰਸ਼ਕਾਂ ਨੂੰ ਵੀ ਜਿਹੜਾ ਇਨਕਰੇਜ ਕਰਦਾ ਹੈ ਕਿ ਜ਼ਿੰਦਗੀ ਜਿਉਣ ਦਾ ਹੀ ਨਾਮ ਹੁੰਦਾ ਹੈ ਨਾ, ਜ਼ਿੰਦਗੀ ਕੱਟਣੀ ਨਹੀਂ ਚਾਹੀਦੀ। ਸੋ ਤੁਸੀਂ ਕੁਝ ਵੀ ਕਰਦੇ ਹੋ ਉਹਦੇ ਵਿੱਚੋਂ ਕੋਈ ਨਾ ਕੋਈ ਆਪਣਾ ਐਸਾ ਸ਼ੌਂਕ ਜ਼ਰੂਰ ਰੱਖੋ ਜਿਹੜਾ ਕਿ ਤੁਹਾਨੂੰ ਰਿਲੈਕਸ ਕਰਦਾ ਤੇ ਬਹੁਤ ਜ਼ਿਆਦਾ ਤੁਸੀਂ ਇੱਕ ਹੈਲਦੀ ਲਾਈਫ ਜੀ ਸਕਦੇ ਹੋ। ਮੈਂ ਚਾਹਾਂਗਾ ਕਿ ਡਾਕਟਰ ਸਾਹਿਬ ਤੁਹਾਡਾ ਅੱਜ ਬਾਈਕ ਦੇਖੀ ਅਸੀਂ ਔਰ ਇਸ ਬਾਈਕ ਬਾਰੇ ਵੀ ਕੁਝ 4 ਗੱਲਾਂ ਜਿਹੜੀਆਂ ਸਾਨੂੰ ਦੱਸੋ। ਦੇਖੋ ਇਹ ਬਾਈਕ ਜਿਹੜਾ ਹੈਗਾ ਜੀ ਹਾਰਲੇ ਡੇਵਿਡਸਨ ਦਾ, ਮੈਂ ਅੱਜ ਕੱਲ੍ਹ ਮੈਂ ਡਾਇਰੈਕਟਰ ਵੀ ਹੈਗਾ ਹਿਮਾਲਯਨ ਹਾਰਲੇ ਡੇਵਿਡਸਨ ਚੈਪਟਰ ਹੈ ਸਾਡਾ। ਸੋ ਮੈਂ ਅਲਟੀਮੇਟਲੀ ਜਿਹੜੀ ਚੀਜ਼ ਹੈਗੀ ਆ ਕਿ ਹਾਰਲੇ ਡੇਵਿਡਸਨ ਜਿਹੜੀ ਕੰਪਨੀ ਹੈ ਉਹਨੇ ਆਪਣੇ ਆਪ ਨੂੰ ਮਤਲਬ ਆਲਮੋਸਟ ਲਾਈਕ 120 ਸਾਲ ਹੋ ਗਏ, 120 ਈਅਰਸ ਐਨੀਵਰਸਰੀ ਚੱਲ ਰਹੀ ਹੈ ਉਹਨਾਂ ਦੀ। 120 ਈਅਰ ਐਨੀਵਰਸਰੀ ਦੇ ਉੱਤੇ ਉਹਨਾਂ ਨਵੇਂ ਬਾਈਕ ਵੀ ਲਾਂਚ ਕੀਤੇ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ। ਇਹਨਾਂ ਦਾ ਸਭ ਤੋਂ ਵੱਡਾ ਗੱਲ ਹੈ ਕਲਚਰ। ਉਹ ਕਲਚਰ ਬੜੀ ਦੁਨੀਆ ਆਈ, ਬੜੀ ਦੁਨੀਆ ਚਲੀ ਗਈ, ਗਰੁੱਪ ਆਏ, ਗਰੁੱਪ ਚਲੇ ਗਏ, ਬਟ ਕੋਈ ਇਸ ਦਾ ਮੁਕਾਬਲੇ ਦਾ ਕਲਚਰ ਕ੍ਰੀਏਟ ਨਹੀਂ ਕਰ ਸਕਿਆ। ਇਹ ਇੱਕ ਜਿਹੜਾ ਨਾ ਬ੍ਰਦਰਹੁੱਡ ਹੈ ਕਿ ਤੁਸੀਂ ਜਦੋਂ ਆਪਣੇ ਮਤਲਬ ਰਾਈਡਰ ਨਾਲ ਚੱਲਦੇ ਆ ਉਹ ਬ੍ਰਦਰਹੁੱਡ ਐਸੀ ਬਣ ਜਾਂਦੀ, ਉਹ ਬੌਂਡਿੰਗ ਹੈ ਤੁਹਾਡੀ ਇੱਕ ਤਰ੍ਹਾਂ ਦੀ ਕਿ ਮੈਂ ਇਹਨੂੰ ਮੇਰਾ ਭਰਾ ਨਾਲ ਤੁਰਿਆ, ਮੈਂ ਇਹਨੂੰ ਛੱਡ ਕੇ ਨਹੀਂ ਜਾਣਾ। ਸੋ ਜੇ ਬਾਈਕ ਖਰਾਬ ਹੋ ਗਿਆ ਤਾਂ ਸਾਰੇ ਲੋਕ ਖੜ ਜਾਂਦੇ ਆ ਕਿ ਵੀ ਭਰਾ ਤੈਨੂੰ ਨਾਲ ਲੈ ਕੇ ਜਾਣਾ, ਨਾਲ ਘਰੋਂ ਲਿਆਏ, ਮਤਲਬ ਇੱਕ ਫੈਮਿਲੀ ਬਣ ਜਾਂਦੀ ਹੈ। ਔਰ ਇਸ ਬ੍ਰਦਰਹੁੱਡ ਦੇ ਵਿੱਚ ਕੀ ਹੈਗਾ ਕਿ ਮਤਲਬ ਹਰ ਇੱਕ ਬੰਦੇ ਨੂੰ ਸ਼ੌਕ ਹੈ, ਚਾਹੇ ਛੋਟਾ ਬਾਈਕ ਲੈ ਲੇ ਚਾਹੇ ਵੱਡਾ ਲੈ ਲੇ। ਹੁਣ ਮੈਨੂੰ ਸ਼ੌਕ ਸੀਗਾ ਕਿ ਵੀ ਵੱਡਾ ਬਾਈਕ ਹੋਵੇ, ਟੂਰਰ ਹੋਵੇ। ਇਹ ਟੂਰਰ ਹੈ ਬੇਸਿਕਲੀ ਔਰ ਇਹਨੂੰ ਰੋਡ ਗਲਾਈਡ ਕਹਿੰਦੇ ਹੈਗੇ ਆ। ਤੇ ਹੁਣ ਮਤਲਬ ਇਹ ਆ ਵੀ ਅਸੀਂ ਮਹੀਨਾ ਵੀ ਨਹੀਂ ਹੋਇਆ, 15 ਕੁ ਦਿਨ ਹੋਏ ਆ, ਗੋਆ ਦੀ ਰਾਈਡ ਕਰਕੇ ਆਏ ਆ। ਸਾਡੀ ਬਹੁਤ ਵੱਡੀ ਇੰਡੀਆ ਹੌਗ ਰੈਲੀ ਸੀਗੀ ਔਰ ਸੋ ਉੱਥੋਂ ਆ ਕੇ ਫਿਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਹੁਣ ਮੈਂ ਰਾਈਡਿੰਗ ਬੰਦ ਕਰਕੇ ਹੁਣ ਮੈਂ ਕੰਮ ਕਰਾਂ ਕਿਉਂਕਿ ਤੁਸੀਂ ਫਰੈਸ਼ ਹੋ। ਜਦੋਂ ਫਰੈਸ਼ ਦਿਮਾਗ ਨਾਲ ਤੁਸੀਂ ਕੰਮ ਕਰਦੇ ਹੈਗੇ ਹੋ ਤੁਹਾਡੀ ਐਫੀਸ਼ੀਐਂਸੀ ਵੱਧ ਜਾਂਦੀ ਹੈ ਔਰ ਅਲਟੀਮੇਟਲੀ ਯੂ ਗਿਵ ਦਾ ਬੈਸਟ ਟੂ ਯੋਰ ਪੇਸ਼ੈਂਟਸ। ਮੇਰਾ ਡੈਂਟਿਸਟਰੀ ਮੇਰਾ ਪੈਸ਼ਨ ਹੈ, ਪਰ ਡੈਂਟਿਸਟਰੀ ਦੇ ਨਾਲ ਜਿਵੇਂ ਕਹਿ ਲਓ ਵੀ ਇਹ ਚੀਜ਼ ਮੈਨੂੰ ਲੱਭੀ ਨਹੀਂ ਸੀ ਕਿ ਇਹ ਰੱਬ ਵੱਲੋਂ ਕਿ ਨਵੀਂ ਚੀਜ਼ ਲੱਭ ਗਈ ਔਰ ਇਹ ਰਾਈਡਿੰਗ ਸ਼ੁਰੂ ਹੋ ਗਈ ਨਾਲ। ਸੋ ਹੁਣ ਰਾਈਡਿੰਗ ਦੇ ਨਾਲ ਮੇਰੇ ਕੋਲੇ 11 ਮੋਟਰਸਾਈਕਲ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਮੇਜਰ ਪਾਰਟ ਜਿਹੜਾ ਹੈਗਾ ਹਾਈ ਹਾਰਲੇ ਡੇਵਿਡਸਨ ਦੇ ਬਾਈਕਸ ਆ। ਸੋ ਲੋਕ ਆਉਂਦੇ ਆ, ਰੈਂਟ 'ਤੇ ਲੈ ਕੇ ਜਾਂਦੇ ਆ, ਬੜੀ ਦੁਨੀਆ ਬਾਹਰੋਂ ਵੀ ਆ ਰਹੀ ਹੈ ਔਰ ਵਿਦੇਸ਼ਾਂ ਦੇ ਵਿੱਚ ਹੁਣ ਆਫਿਸ ਖੋਲ੍ਹਿਆ ਉੱਥੇ ਟੋਰਾਂਟੋ ਜਦੋਂ ਗਏ ਆ ਤੇ ਉਦੋਂ ਵੀ ਮੈਂ ਉੱਥੇ ਅਨਾਊਂਸ ਕੀਤਾ ਸੀਗਾ। ਸੋ ਰਾਈਡਿੰਗ ਇੱਕ ਨਸ਼ਾ ਹੈ। ਸੋ ਇਸ ਨਸ਼ੇ ਦੇ ਵਿੱਚ ਜਿਹੜਾ ਕਹਿ ਲਓ ਵੀ ਬਟ ਇਹ ਨਸ਼ਾ ਗੁੱਡ ਫॉर ਹੈਲਥ ਹੈ। ਬਟ ਮੈਂ ਫਿਰ ਵੀ ਐਂਡ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਕਿ ਸੇਫਟੀ ਸਭ ਤੋਂ ਇੰਪੋਰਟੈਂਟ ਹੈ। ਰਾਈਡਿੰਗ ਕਰੋ ਜਿੰਨੀ ਮਰਜ਼ੀ ਦਬਾ ਕੇ ਕਰੋ ਬਟ ਆਪਣੇ ਆਪ ਨੂੰ ਸੇਫ ਰੱਖੋ। ਔਰ ਜਿਹੜਾ ਇਹ ਐਡਰੇਨਲਿਨ ਰਸ਼ ਹੈ ਨਾ ਇਹ ਬੜਾ ਲੈ ਕੇ ਜਾਂਦਾ ਚੱਕ ਕੇ ਤੁਹਾਨੂੰ, ਕਿਉਂਕਿ ਸਪੀਡ ਹੈ ਤੁਹਾਡੇ ਥੱਲੇ ਮਸ਼ੀਨ ਹੈ ਐਡੀ ਵੱਡੀ। ਸੋ ਆਪਦੇ ਆਪ ਨੂੰ ਸੇਫ ਰੱਖੋ, ਸੇਫਟੀ ਗੇਅਰਸ ਪਾਓ, ਹੈਲਮਟ ਪਾਓ। ਇਹ ਚੀਜ਼ਾਂ ਜਿਹੜੀਆਂ ਨੇ ਫਿਰ ਤੁਸੀਂ ਆਪਣੇ ਆਪ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ। ਇਹ ਗੋਰਿਆਂ 'ਚ ਬੜੀ ਇਹ ਚੀਜ਼ ਸੀਗੀ ਕਿ ਉਹ ਗੋਰੇ ਕਹਿੰਦੇ ਵੀ ਆ ਕਮਾ ਲਿਆ ਤੇ ਹੁਣ ਵੀਕਐਂਡ ਆ ਗਿਆ, ਇੰਜੋਏ ਕਰੋ। ਨਾਓ ਦੈਟ ਕਲਚਰ ਇਜ਼ ਗੈਟਿੰਗ ਇਨ ਟੂ ਅਸ ਕਿ ਯਾਰ ਹੁਣ ਵੀਕਐਂਡ ਆ ਗਿਆ, ਸਾਡੇ ਹਰ ਸੰਡੇ ਰਾਈਡ ਹੁੰਦੀ ਹੈ ਔਰ ਹਰ ਸੰਡੇ ਤੋਂ ਬਾਅਦ ਹਰ ਮਹੀਨੇ ਡੇਢ ਮਹੀਨੇ ਬਾਅਦ ਸਾਡੀਆਂ ਦੂਜੀਆਂ ਰਾਈਡਸ ਹੁੰਦੀਆਂ ਨੇ, ਵੱਡੀਆਂ ਰਾਈਡਸ ਨੇ। ਸੋ ਹੁਣ ਕੋਲਕਾਤਾ ਦੀ ਰਾਈਡ ਆ ਰਹੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਹਾਰਲੇ ਤੋਂ ਬਹੁਤ ਕੁਝ ਮਿਲਿਆ। ਸੋ ਮੈਂ ਤਾਂ ਕਹਾਂਗਾ ਵੀ ਮੈਂ ਡੈਂਟਿਸਟਰੀ ਨੂੰ ਜੇ ਰੀਅਲ ਪੁਸ਼ ਦੇ ਸਕਿਆ ਇਹ ਮੈਂ ਆਪਣੇ ਆਪ ਨੂੰ ਜਿਹੜਾ ਕਹਿ ਲਓ ਵੀ ਡੀ ਸਟ੍ਰੈਸ ਕਰਕੇ ਆ ਕੇ ਰਣਬਾਜ ਹਸਪੀਟਲ ਵਾਪਸ ਆ ਕੇ ਤੇ
of the best. I give my services to the patients. ਜੀ ਔਰ ਇਹੀ ਜਿਵੇਂ ਅਸੀਂ ਦੱਸ ਰਹੇ ਸੀ ਕਿ ਜ਼ਿੰਦਗੀ ਜਿਉਣ ਦਾ ਨਾਮ ਹੁੰਦਾ ਤਾਂ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਪੇਸ਼ੈਂਟ ਵੀ ਇਨਕਰੇਜ ਹੁੰਦੇ ਨੇ ਔਰ ਤੁਸੀਂ ਆਓ ਇੱਥੇ ਆ ਕੇ ਬਾਈਕਸ ਦੀ ਰਾਈਡ ਵੀ ਇੰਜੋਏ ਕਰੋ ਤੇ ਉਹਦੇ ਨਾਲ ਨਾਲ ਆਪਣਾ ਜਿਹੜਾ ਇੰਪਲਾਂਟਸ ਵੀ ਕਰਵਾਓ ਔਰ ਇੰਜੋਏ ਕਰੋ ਆਪਣੀ ਜ਼ਿੰਦਗੀ ਨੂੰ ਜਿੱਥੇ ਵੀ ਹੋ ਸਕੇ ਉਸ ਨੂੰ ਕਦੇ ਵੀ ਜਿਹੜੀ ਹੈ ਸਟ੍ਰੈਸ ਦੇ ਵਿੱਚ ਨਾ ਜਾਣ ਦਿਓ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਕਲੈਕਸ਼ਨ ਵੀ ਸਾਨੂੰ ਦਿਖਾਈ ਹੈ। ਸੋ ਬੜਾ ਅੱਛਾ ਲੱਗਿਆ ਤੁਹਾਡਾ ਇਹ ਜਿਹੜਾ ਸ਼ੌਂਕ ਹੈਗਾ ਇਹ ਦੂਜਿਆਂ ਨੂੰ ਵੀ ਇਨਕਰੇਜ ਕਰਦਾ। ਬਿਲਕੁਲ ਜੀ, ਔਰ ਮੈਂ ਫਿਰ ਹਮਦਰਦ ਮੀਡੀਆ ਗਰੁੱਪ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਮਤਲਬ ਇਹ ਪੈਸ਼ਨ ਵੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਮੇਰੇ ਕਹਿ ਲਓ ਵੀ ਮੇਰੇ ਦਰਸ਼ਕਾਂ ਤੱਕ ਜਾਂ ਮੇਰੇ ਭੈਣ ਭਰਾ ਜਿਹੜੇ ਬਾਹਰ ਬੈਠੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਤੱਕ ਇਹ ਪਹੁੰਚਾਈ ਹੈ। ਬਹੁਤ ਮਿਹਰਬਾਨੀ ਤੁਹਾਡੇ ਸ਼ੇਖਰ ਜੀ, ਥੈਂਕ ਯੂ ਸੋ ਮੱਚ। ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗੇ ਤੇ ਜਿਵੇਂ ਤੁਸੀਂ ਬਾਕੀ ਦੇ ਸ਼ੌਂਕ ਰੱਖਦੇ ਹੋ ਉਸ ਤਰੀਕੇ ਦੇ ਨਾਲ ਜਿਹੜਾ ਇੱਕ ਸ਼ੌਂਕ ਇਹ ਵੀ ਰੱਖੋ ਕਿ ਹਮੇਸ਼ਾ ਸਾਡੇ ਪ੍ਰੋਗਰਾਮ ਦੇਖਦੇ ਰਹੋ ਔਰ ਪਸੰਦ ਕਰਦੇ ਰਹੋ। ਸੋ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ। ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ।